ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਭਖਿਆ ਹੋਇਆ ਕਿਸਾਨ ਅੰਦੋਲਨ ਚੱਲ ਰਿਹਾ ਹੋਵੇ, ਫਿਰ ਲਖੀਮਪੁਰ ਖੇੜੀ ਵਰਗਾ ਹਮਲਾ ਹੋ ਜਾਵੇ, ਮੰਤਰੀਆਂ ਦੇ ਪੁੱਤਰ ਗੁੰਡੇ ਨਿਕਲਣ, ਲਾਸ਼ਾਂ ਇਨਸਾਫ ਦਾ ਇੰਤਜ਼ਾਰ ਕਰ ਰਹੀਆਂ ਹੋਣ, ਤਾਂ ਹੋਰ ਕੁਝ ਜਾਣਨ ਪੜ੍ਹਨ ਉਹਦੇ ਉੱਤੇ ਬਹਿਸ ਕਰਨ ਦਾ ਵਕਤ ਕਿੱਥੇ ਮਿਲੇ। ਬੰਦਾ ਕਿੰਨੀਆਂ ਸੁਰਖੀਆਂ ਪੜੇ। ਚੰਨੀ ਸਿੱਧੂ ਹੋਏ ਇਕੱਠੇ, ਕਿਸਾਨ ਬੈਰੀਕੇਡ ਤੋੜ ਕੇ ਮਨਪ੍ਰੀਤ ਬਾਦਲ ਦੀ ਕੋਠੀ ਪਹੁੰਚੇ ਤੇ ਫਿਰ ਉਹ ਦਰਦਨਾਕ ਵੀਡੀਓ। ਅਨੰਤ ਘਟਨਾਕ੍ਰਮ ਚੱਲ ਰਹੇ ਹਨ, ਪਰ ਇਸ ਸਭ ਕਾਸੇ ਦੇ ਦੌਰਾਨ ਇੱਕ ਵੱਡਾ ਬੰਬ ਫਟਿਆ ਹੈ। ਪੂਰੀ ਦੁਨੀਆ ਵਿੱਚ ਧਮਾਕਾ ਹੋ ਗਿਆ ਹੈ। ਦਰਜਨਾਂ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਗਰਮਾ ਗਰਮ ਬਹਿਸ ਛਿੜ ਗਈ ਹੈ। ਅਮਰੀਕਾ, ਰੂਸ, ਇੰਗਲੈਂਡ, ਯੂਰਪੀ ਦੇਸ਼ ਤਾਂ ਕੀ ਪਾਕਿਸਤਾਨ, ਸਾਊਦੀ ਅਰਬ ਵਿੱਚ ਧਮਾਕੇ ਹੋ ਗਏ ਨੇ। ਦੁਨੀਆ ਦੇ ਸਭ ਤੋਂ ਧਨਵਾਨ ਲੋਕਾਂ ਦੇ ਦੌਲਤਾਂ ਦੇ ਅੰਬਾਰਾਂ ਬਾਰੇ ਕੋਈ 1.25 ਕਰੋੜ ਦਸਤਾਵੇਜ਼ ਖੋਜੀ ਪੱਤਰਕਾਰਾਂ ਦੇ ਹੱਥ ਲੱਗੇ ਨੇ। 117 ਦੇਸ਼ਾਂ ਦੇ 150 ਮੀਡੀਆ ਅਦਾਰਿਆਂ ਨਾਲ ਜੁੜੇ 600 ਪੱਤਰਕਾਰ 2 ਸਾਲ ਤੋਂ ਚੁੱਪਚਾਪ ਇਹਨਾਂ ਦੀ ਘੋਖ ਕਰ ਰਹੇ ਨੇ। ਇਹੋ ਜਿਹੇ ਤੱਥ ਬਾਹਰ ਆਏ ਨੇ, ਇਹੋ ਜਿਹੇ ਇੰਕਸ਼ਾਫ ਹੋਏ ਨੇ ਕਿ ਅਕਲ ਨੂੰ ਗਸ਼ ਪੈ ਜਾਣ, ਅੱਖੀਆਂ ਅੱਡੀਆਂ ਰਹਿ ਜਾਣ। ਤੁਹਾਡੇ ਉਹ ਭਰੋਸੇਯੋਗ ਸੂਤਰਾਂ ਦੇ ਬ੍ਰੇਕਿੰਗ ਨਿਊਜ਼ ਵਾਲੇ ਤਮਾਸ਼ਿਆਂ ਉੱਤੇ ਬ੍ਰੇਕਾਂ ਲੱਗ ਜਾਣ। ਸੈਂਕੜੇ ਹਜ਼ਾਰਾਂ ਕਰੋੜਾਂ ਦੀਆਂ ਦੌਲਤਾਂ, ਅਸਾਸੇ, ਲੰਡਨ, ਵਾਸ਼ਿੰਗਟਨ, ਨਿਊਯਾਰਕ ਵਿੱਚ ਆਲੀਸ਼ਾਨ ਘਰ ਕਿਸ ਨੇ ਕਦੋਂ ਕਿਵੇਂ ਖਰੀਦੇ, ਇਹ ਸਾਰਾ ਕੱਚਾ ਚਿੱਠਾ ਖੁੱਲ ਗਿਆ। ਇਹ ਦੌਲਤ ਛੁਪਾਈ ਕਿਵੇਂ ਜਾਂਦੀ ਹੈ, ਇਹਦੇ ਤਰੀਕੇ ਪਤਾ ਲੱਗ ਗਏ ਹਨ। ਪਰ ਇਹ ਸਭ ਮੇਰੇ ਤੁਹਾਡੇ ਲਈ ਜਾਣਨਾ ਕਿਉਂ ਜ਼ਰੂਰੀ ਹੈ? ਕਿਉਂਕਿ ਬਾਹਰ ਇੱਕ ਕਿਸਾਨ ਮਜ਼ਦੂਰ ਅੰਦੋਲਨ ਚੱਲ ਰਿਹਾ। ਅੰਦੋਲਨ ਜਿਹੜਾ ਇਸ ਸਮਝ ਨਾਲ ਵੀ ਜੁੜਿਆ ਹੋਇਆ ਹੈ ਕਿ ਕਾਰਪੋਰੇਟੀ ਘਰਾਣੇ, ਧਨ ਕੁਬੇਰ ਕਿਵੇਂ ਦੇਸ਼ ਦੀ ਦੌਲਤ ਨੂੰ ਲੁੱਟ ਰਹੇ ਹਨ। ਇਸ ਲੁੱਟ ਦਾ ਕਿਸਾਨ, ਮਜ਼ਦੂਰ, ਗਰੀਬ ਨੂੰ ਕੁਚਲ ਕੇ ਰੱਖ ਦੇਣ ਨਾਲ ਕੀ ਸਬੰਧ ਹੈ? ਕੁਚਲਿਓ ਲਖੀਮਪੁਰ ਖੇੜੀ ਵਿੱਚ ਵੀ ਜਾ ਰਹੇ ਨੇ, ਕੁਚਲਿਓ ਦਹਾਕਿਆਂ ਤੋਂ ਇਸ ਦੇਸ਼ ਵਿੱਚ ਜਾ ਰਹੇ ਨੇ। ਸਾਡੇ ਨਾਲ ਦੌਲਤਾਂ ਦੇ ਇਹਨਾਂ ਅੰਬਾਰਾਂ ਦੇ ਸਿਰਨਾਵੇਂ ਲੱਭਣ ਲਈ ਤੇ ਜੋ ਸਾਡੀਆਂ ਕਿਸਮਤਾਂ ਨਾਲ ਇਹ ਚੁਸਤੀਆਂ ਚਲਾਕੀਆਂ ਦੁਨੀਆ ਭਰ ਵਿੱਚ ਹੋ ਰਹੀਆਂ ਨੇ, ਇਸ ਸਭ ਨੂੰ ਸਮਝਣ ਲਈ ਜੁੜ ਰਹੇ ਨੇ ਦਵਿੰਦਰ ਸ਼ਰਮਾ ਜੀ। ਦਵਿੰਦਰ ਸ਼ਰਮਾ ਜੀ ਐਗਰੀਕਲਚਰ ਨੀਤੀਆਂ ਦੇ, ਡਿਵੈਲਪਮੈਂਟ ਪੈਟਰਨਸ ਦੇ, ਦੇਸ਼ਾਂ ਦੇ ਉਹਨਾਂ ਸਿਆਸਤੀ ਘਟਨਾਕ੍ਰਮਾਂ ਦੇ ਜਿਨ੍ਹਾਂ ਦਾ ਡਾਇਰੈਕਟ ਸੰਬੰਧ ਸਾਡੀਆਂ ਨਿੱਜ ਦੀਆਂ ਜ਼ਿੰਦਗੀਆਂ ਨਾਲ, ਸਾਡੀ ਇਕਨੋਮੀ ਨਾਲ ਹੈ, ਉਹਦੇ ਮਾਹਿਰ ਤਾਂ ਹਨ ਹੀ। ਪਰ ਮੈਨੂੰ ਲੱਗਦਾ ਹੈ ਸਿੰਘੂ ਟੀਕਰੀ ਦੇ ਲੱਗੇ ਸਾਲ ਲੰਬੇ ਮੋਰਚਿਆਂ ਤੋਂ ਬਾਅਦ ਇਹਨਾਂ ਨਵੀਆਂ ਖੁੱਲੀਆਂ ਲੋਕ ਯੂਨੀਵਰਸਿਟੀਆਂ ਦਾ ਵੱਡਾ ਪ੍ਰੋਫੈਸਰ ਹੀ ਘੋਸ਼ਿਤ ਕਰ ਦੇਣਾ ਚਾਹੀਦਾ। ਅੱਜ ਇਸੇ ਹੈਸੀਅਤ ਵਿੱਚ ਸਾਡੇ ਨਾਲ ਜੁੜ ਰਹੇ ਨੇ ਅਰਜੁਨ ਸ਼ੇਰਾਨ ਜੀ। ਅਰਜੁਨ ਸ਼ੇਰਾਨ ਜੀ ਪੇਸ਼ੇ ਤੋਂ ਵਕੀਲ ਨੇ, ਇੱਕ ਲੰਬੇ ਸਮੇਂ ਤੋਂ ਹਿਊਮਨ ਰਾਈਟਸ, ਸਿਵਲ ਲਿਬਰਟੀਜ਼ ਵਾਲੀ ਲੜਾਈ ਦੇ ਵਿੱਚ ਅਗਲੀਆਂ ਸਫਾਂ ਵਿੱਚ ਲੜ ਰਹੇ ਨੇ। ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀਜ਼ PUCL ਦੇ ਨੈਸ਼ਨਲ ਆਰਗੇਨਾਈਜ਼ਿੰਗ ਸੈਕਟਰੀ ਨੇ। ਤੇ ਕਿਉਂਕਿ ਇਹ ਬਹੁਤ ਸਾਰਾ ਮਾਮਲਾ ਉਹਨਾਂ ਕਾਨੂੰਨੀ ਦਾਅਪੇਚਾਂ ਨਾਲ ਜੁੜਿਆ ਹੋਇਆ ਜਿਹੜੇ ਇੰਨੇ ਵੱਡੇ ਸੈਂਕੜੇ ਹਜ਼ਾਰਾਂ ਕਰੋੜਾਂ ਡਾਲਰਾਂ ਦੀਆਂ ਦੌਲਤਾਂ ਨੂੰ ਛੁਪਾ ਕੇ ਰੱਖਣ ਵਾਲੇ ਤਰੀਕੇ ਇਲੀਗਲ ਨਹੀਂ ਹਨ, ਗੈਰ ਕਾਨੂੰਨੀ ਨਹੀਂ ਹਨ, ਬਸ ਇਮੋਰਲ ਨੇ, ਨੈਤਿਕ ਨਹੀਂ ਹੈ। ਦੇਖੋ ਕੈਸੇ ਅਡੰਬਰ ਰਚਾ ਰੱਖੇ ਨੇ ਅਸੀਂ ਕਿ ਗੈਰ ਕਾਨੂੰਨੀ ਕੁਝ ਨਹੀਂ ਕਰਨਾ ਪੈਂਦਾ, ਫਿਰ ਵੀ ਹਜ਼ਾਰਾਂ ਕਰੋੜਾਂ ਡਾਲਰ ਅਸੀਂ ਲੁਕਾ ਕੇ ਰੱਖ ਸਕਦੇ ਹਾਂ। ਉਹਨਾਂ ਕਾਨੂੰਨੀ ਪੇਚੀਦਗੀਆਂ ਨੂੰ ਸਮਝਾਉਣ ਲਈ ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਦਵਿੰਦਰ ਸ਼ਰਮਾ ਜੀ। ਪੰਡੋਰਾ ਪੇਪਰਸ ਦੇ ਨਾਮ ਦੇ ਉੱਤੇ ਇਹ ਇੱਕ ਵੱਡਾ ਡੰਪ, ਥੱਬਿਆਂ ਦਾ ਥੱਬਾ ਸਾਡੇ ਸਾਹਮਣੇ ਆ ਕੇ ਡਿੱਗ ਗਿਆ। 600 ਪੱਤਰਕਾਰ ਇਹਦੇ ਨਾਲ ਜੁੜ ਗਏ ਨੇ, 2 ਸਾਲਾਂ ਤੋਂ ਘੋਖ ਕਰ ਰਹੇ ਨੇ। ਕੋਈ 350 ਤਾਂ ਹਿੰਦੁਸਤਾਨ ਦੇ ਹੀ ਇਹਦੇ 'ਚ ਸਿਆਸਤ, ਬਿਜ਼ਨਸ, ਕਮਰਸ, ਟ੍ਰੇਡ ਨਾਲ ਜੁੜੇ ਹੋਏ ਲੋਕ ਨੇ ਤੇ 700 ਪਾਕਿਸਤਾਨ 'ਚ ਨੇ। ਉੱਥੇ ਤਾਂ ਧੁੰਮਾਂ ਪਈਆਂ ਹੋਈਆਂ ਤੇ ਉਹਨਾਂ ਦਾ ਤੇ ਪਹਿਲਾ ਪ੍ਰਧਾਨ ਮੰਤਰੀ ਸੀ ਜਿਹੜਾ ਨਵਾਜ਼ ਸ਼ਰੀਫ, ਉਹ ਇਸ ਤੋਂ ਪਹਿਲਾਂ ਜਿਹੜੀ ਖੇਪ ਆਈ ਸੀ ਪਨਾਮਾ ਪੇਪਰਸ, ਉਹਦੇ ਵਿੱਚ ਉਹ ਰੁੜ ਗਿਆ ਸੀ। 29,000 ਦੱਸਿਆ ਜਾ ਰਿਹਾ ਆਫਸ਼ੋਰ ਅਕਾਊਂਟ ਨੇ। ਉਹਦੇ 'ਚ ਜਿਹਨਾਂ ਦਾ ਤੁਸੀਂ ਬੜਾ ਜ਼ਿਕਰ ਕਰਦੇ ਹੁੰਦੇ ਹੋ, ਫੋਰਬਸ ਦੇ ਮਿਲੀਅਨੇਅਰ, ਡਾਲਰ ਮਿਲੀਅਨੇਅਰਸ ਤੁਸੀਂ ਉਹਨਾਂ ਦਾ ਨਾਮ ਰੱਖਿਆ, ਬਿਲੀਅਨੇਅਰ, ਸੌਰੀ ਮਿਲੀਅਨੇਅਰ ਤੇ ਮੈਂ ਪੁਰਾਣੀ ਟਰਮ ਯੂਜ਼ ਕਰ ਰਿਹਾ, ਬਿਲੀਅਨੇਅਰ, ਅਰਬਾਂਪਤੀ। ਉਹਨਾਂ ਦੇ ਵਿੱਚੋਂ 130 ਉਹ ਨੇ ਜਿਹੜੇ ਉਹ ਅਰਬਾਂਪਤੀ ਨੇ ਫੋਰਬਸ ਦੇ 90 ਕੰਟਰੀਆਂ ਦੇ ਵਿੱਚ। ਇਹ ਸਾਰਾ ਕੁਝ ਜਿਸ ਵੇਲੇ ਸਾਹਮਣੇ ਆ ਜਾਂਦਾ ਹੈ ਕਿ ਉਹ ਸਾਰੇ ਆਯਾਮ ਜਿਹੜਾ ਕਿਸਾਨ, ਮਜ਼ਦੂਰ, ਸਾਡਾ ਦਲਿਤ ਵਰਗ, ਸਾਡੇ ਮਿਹਨਤਕਸ਼ ਕਾਮੇ ਸਾਲਾਂ ਤੋਂ ਜਿਨ੍ਹਾਂ ਚੀਜ਼ਾਂ ਨੂੰ ਰੋ ਰਹੇ ਨੇ, ਕਿਉਂ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਗਰੀਬੀ ਡਿਜ਼ਾਈਨ ਕਰਕੇ ਰੱਖੀ ਗਈ ਹੈ, ਕੋਈ ਗਰੀਬ ਹੋ ਨਹੀਂ ਸਕਦਾ, ਅਸੀਂ ਡਿਜ਼ਾਈਨ ਇਸ ਤਰ੍ਹਾਂ ਦਾ ਬਣਾਇਆ। ਇਜ਼ ਦਿਸ ਨਾਟ ਦਾ ਡਿਜ਼ਾਈਨ? ਕੀ ਇਹੀ ਉਹ ਡਿਜ਼ਾਈਨ ਨਹੀਂ ਸੀ ਜਿਹੜਾ ਇੱਕ ਲੰਬੇ ਸਮੇਂ ਤੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਲੋਕ ਕਿਉਂ ਗਰੀਬ ਹਨ? ਬਿਲਕੁਲ ਠੀਕ ਕਹਿ ਰਹੇ ਹੋ। ਇਹੀ ਸਮਝਣ ਦੀ ਜ਼ਰੂਰਤ ਸੀਗੀ ਔਰ ਇਹੀ ਸਮਝਣਾ ਅੱਜ ਵੀ ਜ਼ਰੂਰਤ ਹੈ ਸਾਡੀ ਕਿ ਭਾਈ ਕਿਸ ਤਰ੍ਹਾਂ ਇਹ ਡਿਜ਼ਾਈਨ ਬਣਾਇਆ ਗਿਆ ਹੈ ਕਿ ਯੂ ਐਕਚੁਅਲੀ ਸਕ ਇਨਕਮ ਫਰਮ ਦੀ ਬਾਟਮ ਟੂ ਦੀ ਟੌਪ।
ਹਾਂ ਤੁਸੀਂ ਐਕਚੁਅਲੀ ਇਹ ਨਹੀਂ ਹੈ ਕਿ ਤੁਸੀਂ ਟ੍ਰਿਕਲ ਡਾਊਨ ਜਿਹਨੂੰ ਪਹਿਲੇ ਆਪਾਂ ਕਹਿੰਦੇ ਸੀਗੇ ਕਿ ਵੀ ਅਮੀਰ ਕੋਲ ਜ਼ਿਆਦਾ ਪੈਸਾ ਹੋਏਗਾ ਤਾਂ ਉਹ ਡਰਾਈਵਰ ਰੱਖੇਗਾ, ਆਪਣਾ ਵਰਕਰ ਰੱਖੇਗਾ, ਤਾਂ ਉਹ ਅਸੀਂ ਸੋਚਦੇ ਹਾਂ ਕਿ ਸ਼ਾਪਿੰਗ ਕਰੇਗਾ, ਪੈਸਾ ਬਾਜ਼ਾਰ ਵਿੱਚ ਆਏਗਾ। ਜੀ ਉਲਟਾ ਹੋ ਰਿਹਾ ਹੈ ਸਾਰੀ ਇਕਨੋਮਿਕ ਡਿਜ਼ਾਈਨ ਇਸ ਤਰ੍ਹਾਂ ਕਿ ਉਹ ਥੱਲੋਂ ਇਨਕਮ ਖਿੱਚਦਾ ਹੈਗਾ ਔਰ ਜਿਹੜੇ ਅਮੀਰ ਹੈਗੇ ਆ ਕਿਸਾਨ ਮਜ਼ਦੂਰ ਮਿਹਨਤ ਕਰਦਾ, ਉਹ ਕਮਾਉਂਦਾ, ਉਹ ਇਨਕਮ ਨੂੰ ਉੱਪਰੋਂ ਖਿੱਚ ਲੈਂਦਾ, ਚੂਸ ਲੈਂਦਾ। ਅਸੀਂ ਜਦ ਤੱਕ ਇਸ ਡਿਜ਼ਾਈਨ ਨੂੰ ਨਹੀਂ ਸਮਝਾਂਗੇ ਤਾਂ ਉਹਦੀ ਜਿਹੜੀ ਪਰਤਾਂ ਤੁਸੀਂ ਗੱਲ ਕਰ ਰਹੇ ਹੋ ਉਹ ਪਰਤਾਂ ਸਾਨੂੰ ਆਸਤੇ ਜਦ ਤੱਕ ਅਸੀਂ ਉਧੇੜਾਂਗੇ ਨਹੀਂ ਉਹਨਾਂ ਨੂੰ, ਸਾਨੂੰ ਸਮਝ ਨਹੀਂ ਆਉਂਦਾ ਕਿ ਕਿਸ ਤਰ੍ਹਾਂ ਆਪਰੇਟ ਕਰਦਾ ਹੈਗਾ। ਔਰ ਇਸੇ ਕਰਕੇ ਅਸੀਂ ਦੇਖ ਰਹੇ ਹਾਂ ਕਿ ਚਾਹੇ ਹਿੰਦੁਸਤਾਨ ਦੀ ਇਕਨੋਮਿਕ ਨੀਤੀਆਂ ਹੋਣ ਜਾਂ ਦੁਨੀਆ ਦੀਆਂ ਮੇਜਰ ਇਕਨੋਮੀਜ਼ ਦੀਆਂ ਜਾਂ ਬਾਕੀ ਵੀ ਕੰਟਰੀਜ਼ ਦੀ ਇਕਨੋਮਿਕ ਜਿਹੜੀ ਪਾਲਿਸੀਜ਼ ਹੈਗੀਆਂ ਉਹ ਸਾਰੀਆਂ ਇਸ ਤਰ੍ਹਾਂ ਸਟਰਕਚਰ ਹੋਈਆਂ ਹੈਗੀਆਂ। ਐਂਡ ਇਨ ਦੈਟ ਪ੍ਰੋਸੈਸ ਬਣਾਈਆਂ ਗਈਆਂ ਨੇ, ਇਹ ਤਾਂ ਉਹਨਾਂ ਦੀ ਮਦਦ ਮੈਂ ਉਹੀ ਕਹਿ ਰਿਹਾ ਬਣਾਈਆਂ ਗਈਆਂ। ਸਾਨੂੰ ਇਹ ਦੱਸਿਆ ਜਾਂਦਾ ਹੁਣ ਦੇਖੋ ਨਾ ਇੱਕ ਇੰਟਰਸਟਿੰਗ ਫੇਸ ਅਸੀਂ ਆ ਗਏ ਹੈਗੇ ਅੱਜ ਇਸ ਸਟੇਜ ਹੈਗੇ ਕਿ ਵੀ ਅਮਰੀਕਾ ਵਿੱਚ ਜਦ ਤੋਂ ਨਵੀਂ ਸਰਕਾਰ ਆਈ ਹੈ ਤਦ ਤੋਂ ਦੇ ਆਰ ਟੇਕਿੰਗ ਅ ਸਟੈਪ ਬੈਕ। ਤਾਂ ਅੱਜ ਇੱਕ ਇਕਨੋਮਿਸਟ ਅਮਰੀਕਾ ਦੇ ਜਿਹੜੇ ਕਿ ਬਹੁਤ ਸਾਲਾਂ ਤੋਂ ਹਾਰਵਰਡ ਯੂਨੀਵਰਸਿਟੀ ਤੋਂ ਬਿਲੋਂਗ ਕਰਦੇ ਹੈ ਔਰ ਉਹ ਲਿਖਦੇ ਹੈ ਕਿ ਵੀ ਇਹ ਸੱਚੀ ਗੱਲ ਹੈ ਕਿ ਅਮਰੀਕਾ ਇਜ਼ ਟੇਕਿੰਗ ਅ ਸਟੈਪਸ ਬੈਕ। ਉਹ ਨਿਓ ਲਿਬਰਲਿਜ਼ਮ ਤੋਂ, ਵਾਸ਼ਿੰਗਟਨ ਕੰਸੈਂਸਸ ਤੋਂ, ਮੈਕਰੋ ਇਕਨੋਮਿਕਸ ਤੋਂ ਪਿੱਛੇ ਹਟ ਰਿਹਾ ਹੈ। ਪਰ ਉਹ ਉਸ ਆਰਟੀਕਲ 'ਚ ਆਪਣਾ ਵਾਰਨ ਕਰਦੇ ਹੈ ਕਿ ਵੀ ਸਾਡੀ ਕੰਡੀਸ਼ਨ ਹੋਰ ਹੈਗੀਆਂ, ਡਿਵੈਲਪਿੰਗ ਕੰਟਰੀ ਸ਼ੁੱਡ ਬੀ ਕੇਅਰਫੁਲ, ਤੁਸੀਂ ਨਾ ਉਹ ਗਲਤੀ ਕਰਿਓ ਜਿਹੜਾ ਹੁਣ ਅਮਰੀਕਾ ਕਰ ਰਿਹਾ ਹੈਗਾ। ਲੁੱਕ ਐਟ ਇਟ, ਮੈਂ ਉਹਦਾ ਜਵਾਬ ਦਿੱਤਾ ਸੀਗਾ ਕਿ ਬਈ ਜਦ ਤੁਸੀਂ ਸਾਨੂੰ ਇਹ ਸਾਡੇ ਉੱਪਰ ਥੋਪੀਆਂ ਹੈਗੀਆਂ ਇਹ ਨੀਤੀਆਂ ਵਾਸ਼ਿੰਗਟਨ ਕੰਸੈਂਸਸ ਦੀਆਂ ਜਾਂ ਮੈਕਰੋ ਇਕਨੋਮਿਕਸ ਦੀਆਂ, ਤਾਂ ਤੁਸੀਂ ਸਾਨੂੰ ਕਿਹਾ ਹੀ ਨਹੀਂ ਕਿ ਵੀ ਸਾਡੀ ਕੰਡੀਸ਼ਨ ਜਾਂ ਸਾਡੇ ਸਰਕਮਸਟੈਂਸਿਸ ਅਲੱਗ ਹੈਗੇ ਆ। ਤਾਂ ਤੁਸੀਂ ਕਿਹਾ ਕਿ ਤੁਹਾਡੇ ਵਾਸਤੇ ਹੋਰ ਕੋਈ ਰਸਤਾ ਹੀ ਨਹੀਂ ਹੈ ਗ੍ਰੋਥ ਦਾ। ਨਾਓ ਵੈਨ ਅਮਰੀਕਾ ਇਜ਼ ਰਿਅਲਾਈਜ਼ਿੰਗ ਕਿ ਸਾਡੇ ਤੋਂ ਗਲਤੀ ਹੋ ਗਈ ਹੈ, ਵੀ ਸ਼ੁੱਡ ਟੇਕ ਅ ਸਟੈਪ ਬੈਕ, ਤੁਸੀਂ ਸਾਨੂੰ ਹਲੇ ਵੀ ਕਹਿ ਰਹੇ ਹੋ ਕਿ ਨਹੀਂ ਤੁਸੀਂ ਨਾ ਕੁਝ ਕਰਿਓ, ਪੂੰਜੀਪਤੀਆਂ ਦੇ ਦੱਸੇ ਰਸਤੇ ਬਿਲਕੁਲ। ਸੋ ਦ ਪੁਆਇੰਟ ਆਈ ਐਮ ਟ੍ਰਾਈਂਗ ਟੂ ਮੇਕ ਇਜ਼ ਕਿ ਇਹ ਇੰਨੀ ਜ਼ਬਰਦਸਤ ਮੈਂ ਸੋਚਦਾ ਕਿ ਉਹਦੇ ਸਿਰਫ ਅਸੀਂ ਇੱਕ ਸੈਕਸ਼ਨ ਨੂੰ ਨਹੀਂ ਕਹਿ ਸਕਦੇ, ਲੇਕਿਨ ਇੱਕ ਪੂਰਾ ਸਪੋਰਟਿੰਗ ਸਟਰਕਚਰ ਜਿਹੜਾ ਹੈਗਾ ਨਾ ਉਹ ਹਿਲ ਜਾਂਦਾ ਹੈਗਾ ਜਦੋਂ ਦੇਖਦਾ ਕਿ ਬਈ ਇਸ ਉਹਨੂੰ ਅਸੀਂ ਗਤੀਰੋਧ ਜਿਹੜਾ ਹੈਗਾ ਕੋਈ ਵੀ ਵਿੱਚ ਲਗਾਏਗਾ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ। ਸੋ ਦੈਟ ਇਜ਼ ਵਾਈ ਆਈ ਥਿੰਕ ਦੇਰ ਇਜ਼ ਅ ਇੰਟੈਂਸ਼ਨ ਕਿ ਉਹਨੂੰ ਪਿੱਛੇ ਨਾ ਕੀਤਾ ਜਾਏ। ਅਦਰਵਾਈਜ਼ ਤਾਂ ਡਿਕਲੇਅਰ ਨਹੀਂ ਸੀ ਕੀਤਾ ਅਰਜੁਨ। ਜਿਹੜੇ ਬਹੁਤ ਸਾਰੇ ਇਹੋ ਜਿਹੇ ਕੰਟਰੀਜ਼ ਨੇ ਜਿੱਥੇ ਭੁੱਖ ਨੰਗ ਹੈ, ਲੋਕਾਂ ਕੋਲ ਬ੍ਰੈਡ ਲਈ ਪੈਸੇ ਨਹੀਂ ਹੈ, ਰੋਟੀ ਲਈ ਪੈਸੇ ਨਹੀਂ ਹੈ, ਉੱਥੋਂ ਦੇ ਜਿਹੜੇ ਰਾਜਤੰਤਰ 'ਚ ਨਾਲ ਜੁੜੇ ਲੋਕ ਨੇ ਉਹ ਸਮੁੰਦਰੀ ਜਹਾਜ਼ ਖਰੀਦ ਰਹੇ ਨੇ, ਬੋਇੰਗ ਜੈਟ ਖਰੀਦ ਰਹੇ ਨੇ। ਮਲੀਬੂ ਦੇ ਵਿੱਚ ਇਹ ਜਾਰਡਨ ਦੇ ਕਿੰਗ ਨੇ ਅਬਦੁੱਲਾ $100 ਮਿਲੀਅਨ ਦੀਆਂ ਕੰਸੀਲਡ ਪ੍ਰਾਪਰਟੀਜ਼ 15 ਪ੍ਰਾਪਰਟੀਜ਼ ਨਿਕਲੀਆਂ ਨੇ ਮਲੀਬੂ 'ਚ, ਲੰਡਨ 'ਚ, ਵਾਸ਼ਿੰਗਟਨ 'ਚ, ਸਾਰੀਆਂ ਸ਼ੈਲ ਕੰਪਨੀਜ਼ ਨਾਲ। ਇਹ ਸਾਰੀ ਸ਼ੈਲ ਕੰਪਨੀਜ਼ ਨਾਲ ਨਿਕਲਦੇ ਨੇ, ਕਿਸੇ ਦੀਆਂ ਪ੍ਰਾਪਰਟੀਜ਼ ਨਿਕਲਦੀਆਂ ਨੇ, ਕਿਸੇ ਦੇ ਬੱਚਾ ਵੀ ਨਿਕਲ ਆਇਆ। ਰੂਸ ਦੇ ਰਾਸ਼ਟਰਪਤੀ ਦਾ ਇੱਕ ਔਰਤ ਤੋਂ ਬੱਚਾ ਪਤਾ ਲੱਗਿਆ, ਇਸ ਲਈ ਪਤਾ ਲੱਗਿਆ ਕਿਉਂਕਿ ਔਰਤ ਦੇ ਅਚਾਨਕ ਵੱਡੀਆਂ ਪ੍ਰਾਪਰਟੀਜ਼ ਨਿਕਲ ਆਈਆਂ ਨੇ। ਮੋਨੈਕੋ ਦੇ ਵਿੱਚ ਲਗਜ਼ਰੀ ਰੈਜ਼ੀਡੈਂਸ, ਪਤਾ ਲੱਗਿਆ ਕਿ ਰੂਸ ਦੇ ਰਾਸ਼ਟਰਪਤੀ ਦੇ ਨਾਲ ਇਹਨਾਂ ਦਾ ਬੱਚਾ ਹੈ। ਤੇ ਪੁਤਿਨ ਨੇ ਕਿਹਾ ਕਿ ਮੇਰਾ ਨਾਮ ਡਾਇਰੈਕਟਲੀ ਤਾਂ ਨਹੀਂ ਹੈਗਾ ਨਾ ਜੀ। ਤੁਸੀਂ ਦੇਖੋ ਹੋ ਕੀ ਰਿਹਾ। ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਥੱਲੋਂ ਪੈਸਾ ਸੱਕ ਕੀਤਾ ਜਾ ਰਿਹਾ। ਡਾਕਟਰ ਮਨਮੋਹਨ ਸਿੰਘ ਜੀ ਦੀ ਇੱਕ ਰਿਪੋਰਟ ਮੇਰੇ ਕੋਲ ਪਈ ਹੈ, ਉਹਨਾਂ ਦੀ ਰਿਲੀਜ਼ ਕੀਤੀ ਹੋਈ ਜੂਨ 2019 ਦੀ, ਕਾਉਂਸਲ ਆਫ ਸੋਸ਼ਲ ਡਿਵੈਲਪਮੈਂਟ ਦੀ, ਜਿਹੜੀ ਕਹਿੰਦੀ ਹੈ ਕਿ ਦੁਨੀਆ ਦੇ ਹਿੰਦੁਸਤਾਨ ਦੇ ਟੌਪ 10% 80% ਦੇਸ਼ ਦੀ ਦੌਲਤ ਦੇ ਉੱਤੇ ਕਬਜ਼ਾ ਉਹਨਾਂ ਦਾ। ਉੱਪਰਲੇ 10% ਲੋਕਾਂ ਦਾ ਦੇਸ਼ ਦੀ 80% ਦੌਲਤ ਦੇ ਉੱਤੇ ਕਬਜ਼ਾ ਹੈ। ਤੇ ਫਿਰ ਜਿਨ੍ਹਾਂ ਦੇ ਕਬਜ਼ੇ ਨੇ, ਜਿਹੜੇ ਹਿੰਦੁਸਤਾਨੀਆਂ ਦੇ ਨਾਮ ਆਏ ਨੇ, ਉਹ ਤਾਂ ਕਮਾਲਾਂ ਹੋਈਆਂ ਪਈਆਂ ਨੇ। ਇਹ ਮੈਂ ਤੁਹਾਨੂੰ ਇੱਕ ਕਲੈਰੀਫਿਕੇਸ਼ਨ ਦੇ ਦਾਂ ਇਹ ਰਿਪੋਰਟ ਦੀ। ਇਹ ਉਸ ਤੋਂ ਪਹਿਲਾਂ ਆਕਸਫੈਮ ਦੀ ਰਿਪੋਰਟ ਆਈ ਸੀ, ਆਕਸਫੈਮ ਦੀ ਟਾਈਮ ਟੂ ਕੇਅਰ ਵਾਲੀ ਜੀ, ਜਿਹੜੀ ਕਹਿੰਦੀ ਹੈ ਕਿ ਟੌਪ 1% ਜਾਂ ਸ਼ਾਇਦ ਟੌਪ 100 ਪਰਿਵਾਰਾਂ ਦੇ ਕੋਲ 40% ਵੈਲਥ ਹੈ, ਟੌਪ 1% ਦੇ ਕੋਲ ਕਰੀਬਨ 50%। ਮੇਰੇ ਕੋਲ ਪਈ ਹੈ ਸਾਹਮਣੇ ਆਕਸਫੈਮ ਦੀ ਰਿਪੋਰਟ, ਉਹ ਕਹਿ ਰਹੇ ਨੇ ਟੌਪ 1% 4 ਗੁਣਾ ਜ਼ਿਆਦਾ ਉਸ ਤੋਂ ਮਾਲਕ ਨੇ ਜਿੰਨਾ ਬਾਟਮ ਦੇ 70% ਕੋਲ ਪੈਸਾ। ਸੋ ਬਾਟਮ ਦੇ 70% ਤੋਂ 4 ਗੁਣਾ ਜ਼ਿਆਦਾ ਟੌਪ 1% ਕੋਲ ਹੈ। ਇਹ ਆਕਸਫੈਮ ਦੀ ਰਿਪੋਰਟ ਹੈ। ਤਾਂ ਕੁਝ ਸਵਾਲ ਇਹ ਹੁੰਦਾ ਹੈ, ਜਦੋਂ ਤੁਸੀਂ ਉਸ ਟੌਪ 1% ਜਾਂ 0.001% ਦੇ ਘੇਰੇ 'ਚ ਆਉਂਦੇ ਹੋ ਤੇ ਤੁਸੀਂ ਆਪਣੀ ਵੈਲਥ ਕਿਵੇਂ ਦਿਖਾਉਂਦੇ ਹੋ ਤੇ ਬਚਾਉਂਦੇ ਹੋ? ਇਹ ਪੁਰਾਣਾ ਕੰਮ ਹੋ ਗਿਆ ਕਿ ਫਾਰਮ ਹਾਊਸ ਲੈ ਲਿਆ, ਵੱਡੀ ਗੱਡੀਆਂ ਲੈ ਲੀਆਂ, ਸ਼ੋ ਆਫ ਕਰ। ਇਹ ਬੇਵਕੂਫੀ ਹੁੰਦੀ ਹੈ ਤੇ ਪੁਰਾਣੇ ਸਟਾਈਲ ਨੇ। ਹੁਣ ਨਵਾਂ ਸਟਾਈਲ ਹੈ, ਜੇ ਤੁਹਾਡੇ ਕੋਲ 100 ਕਰੋੜ ਨੇ ਤੇ ਤੁਸੀਂ ਫਾਰਮ ਹਾਊਸ ਲੋਗੇ ਜਾਂ ਵੱਡੀ ਗੱਡੀ ਲੋਗੇ। ਜੇ ਤੁਹਾਡੇ ਕੋਲ ਹਜ਼ਾਰੋਂ ਕਰੋੜ ਬਿਲੀਅਨਸ ਆਫ ਡਾਲਰਸ ਨੇ ਤਾਂ ਤੁਸੀਂ ਨੋਰਮਲ ਆਪਣੀ ਜ਼ਿੰਦਗੀ ਜਿਓਗੇ, ਨੋਰਮਲ ਆਪਣੇ ਦੇਸ਼ ਨੂੰ ਨੋਰਮਲ ਦਿਖਾਓਗੇ। ਮੇਰੀ ਇਨਕਮ ਟੈਕਸ ਰਿਟਰਨ ਇੰਨੀ ਹੈ, ਮੈਂ ਟੈਕਸ ਦਿੰਦਾ, ਮੈਂ ਫਿਲੈਂਥਰੋਪੀ ਕਰਦਾ, ਡੋਨੇਸ਼ਨ ਦਿੰਦਾ, ਮੈਂ ਬੜਾ ਅੱਛਾ ਇਨਸਾਨ ਹਾਂ। ਪਰ ਤੁਹਾਡੇ ਮੌਰੀਸ਼ੀਅਸ, ਬੈਲੀਜ਼, ਕਿਤੇ ਘਰ ਵੀ ਹੋਣੇ ਆ, ਅਕਾਊਂਟ ਵੀ ਹੋਣੇ ਆ, ਕੰਪਨੀਆਂ ਵੀ ਹੋਣੇ। ਤਾਂ ਭਾਵੇਂ ਤੁਸੀਂ ਭਾਰਤ ਰਤਨਾ ਸਚਿਨ ਤੇਂਦੁਲਕਰ ਹੋ, ਭਾਵੇਂ ਤੁਸੀਂ ਵੱਡੇ ਵਕੀਲ ਹੋ, ਉਹਦਾ ਨਾਮ ਹੈ ਇਹਦੇ ਸਚਿਨ ਤੇਂਦੁਲਕਰ ਦਾ,
ਔਰ ਇਸ ਜਿਹੜੇ ਬਹੁਤ ਫੈਨ ਹੈ ਭਈ ਗੁੱਸੇ ਨਾ ਹੋਣਾ, ਆਹਿਸਤਾ ਸਭ ਡਿਟੇਲਸ ਇਹ ਸਿਰਫ 12 ਲਾਅ ਫਰਮਸ ਦੇ ਡਾਕੂਮੈਂਟਸ ਨੇ, 12 ਹਾਂ ਆਲ ਇੰਡੀਆ Offshore firms ਦੇ। ਸਿਰਫ 12 ਲਾਅ ਫਰਮਸ ਦੇ ਜਿਹੜਾ ਕੰਮ ਕੀਤਾ ਹੈ। ਹਾਂ। ਦੇਖੋ ਪਨਾਮਾ ਪੇਪਰ ਸਿੰਗਲ ਲਾਅ ਫਰਮ ਸੀ, ਫੋਨਸੇਕਾ ਵਾਲੀ, ਫੋਨਸੇਕਾ ਦੀ ਇਹ 12 ਹੋ ਗਏ। ਜੇ ਅਸਲੀ ਚ ਇੰਡੀਆ ਦੀ ਟੌਪ ਲਾਅ ਫਰਮਸ ਜਿਹੜੀਆਂ ਨੇ ਜਾਂ ਵਰਲਡ ਦੀ ਟੌਪ ਲਾਅ ਫਰਮਸ ਹੈ, ਉਹਨਾਂ ਦੇ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਸੋਚੋ ਕਿੰਨੇ ਇਹਨਾਂ ਦੇ ਅਰਬਪਤੀ ਖਰਬਪਤੀ ਜਿਹੜੇ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਅਮਰੀਕਾ ਦੇ ਵੱਡੇ ਧਨਵਾਨਾਂ ਦੇ ਨਾਮ ਨਹੀਂ ਆਏ। ਲੋਕਾਂ ਨੇ ਕਿਹਾ ਭਾਈ ਉੱਥੇ ਸੀਕ੍ਰੇਸੀ ਦੇ ਲਾਜ਼ ਪਹਿਲਾਂ ਹੀ ਇੰਨੇ ਜ਼ਿਆਦਾ ਨੇ ਕਿ ਉਹਨਾਂ ਨੂੰ ਬਾਹਰ ਜਾ ਕੇ ਨਹੀਂ ਕਰਨਾ ਪੈਂਦਾ, ਉੱਥੇ ਲੋਕਲ ਬੇਈਮਾਨੀ ਦਾ ਪੂਰੇ ਪ੍ਰਬੰਧ ਕਰ ਦਿੱਤੇ ਗਏ। ਉੱਥੇ ਕੁਝ ਹੋਰ ਵੀ ਹੈ, ਉੱਥੇ ਕਾਨੂੰਨ ਇਸ ਤਰ੍ਹਾਂ ਸਟਰਕਚਰ ਕੀਤਾ ਗਿਆ ਕਿ ਆਲਰੇਡੀ ਕਾਰਪੋਰੇਟਸ ਨੂੰ ਬਹੁਤ ਘੱਟ ਟੈਕਸ ਦੇਣਾ ਪੈਂਦਾ ਤੇ ਉਹ ਲੋਕੀ ਬਾਹਰ ਨਹੀਂ ਭੱਜਦੇ। ਠੀਕ ਹੈ, ਸਾਊਥ ਡਕੋਟਾ ਵਰਗੇ ਜਾਂ ਡੈਲਾਵੇਅਰ ਵਰਗੀ ਜਗ੍ਹਾ ਤੇ ਇਜ਼ ਨੰਬਰ 2 ਇਨ ਦ ਵਰਲਡ। USA is number 2 ਡੈਸਟੀਨੇਸ਼ਨ ਜਿੱਥੇ ਮਨੀ ਲਾਂਡਰਿੰਗ ਦਾ ਪੈਸਾ ਆਉਂਦਾ ਹੈ, ਕਾਲਾ ਪੈਸਾ ਆਉਂਦਾ ਹੈ। ਅਸੀਂ ਸਵਿਟਜ਼ਰਲੈਂਡ ਕਰਦੇ ਸੀ ਕਿ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਉੱਥੋਂ ਕਾਲਾ ਧਨ ਆਣਾ ਸੀ ਸਾਨੂੰ। SPG ਮੈਂ ਹੁਣ ਸਾਡਾ ਕਾਲਾ ਧਨ ਤੇ ਕਈ ਜਗ੍ਹਾ ਪਿਆ ਹੁਣ। ਇਹ ਸਵਿਟਜ਼ਰਲੈਂਡ ਵੀ ਪੁਰਾਣਾ ਹੋ ਗਿਆ। ਕਿਉਂ? ਕਿਉਂਕਿ ਹੁਣ SPG ਨੂੰ 1000 ਕਰੋੜ ਰੁਪਏ ਜਾਂ $2 ਬਿਲੀਅਨ ਛੁਪਾਣੇ ਹੈ ਤੇ ਤੁਸੀਂ ਆਪਣੇ ਨਾਂ ਤੇ ਅਕਾਊਂਟ ਨਹੀਂ ਬਣਾਓਗੇ ਜਾਂ ਬਿਨਾਮੀ ਪ੍ਰਾਪਰਟੀ ਨਹੀਂ ਖਰੀਦੋਗੇ, ਤੁਸੀਂ ਕਈ ਕੰਪਨੀਆਂ ਬਣਾ ਦੋਗੇ ਕਈ ਥਾਵਾਂ ਤੇ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ। ਤੇ ਇੰਟਰਸਟਿੰਗਲੀ ਲਾਜ਼ ਇਸ ਤਰ੍ਹਾਂ ਹੁੰਦੇ ਨੇ ਕਿ ਜੇ ਤੁਹਾਡੇ ਕੋਲ 10 ਕੰਪਨੀਆਂ ਨੇ, ਉਹਦਾ ਕੋਈ ਪ੍ਰੂਫ ਨਹੀਂ ਹੈ, ਸਿਰਫ ਇੱਕ ਕਿਸੇ ਬਿਲਡਿੰਗ 'ਚ ਦੀ ROC 'ਚ ਰਜਿਸਟਰ ਆਫ ਕੰਪਨੀ ਕਿਤੇ ਕੋਈ ਹੋਏਗਾ ਤੇ ਤੁਹਾਡੇ ਕੋਲ ਇੱਕ ਇਸ ਤਰ੍ਹਾਂ ਦੀ ਡਾਕੂਮੈਂਟ ਹੋਏਗੀ, ਦੈਟ ਇਜ਼ ਇਟ। ਤੇ ਉਹਦੇ ਨਾਂ ਤੇ ਯਾਟ ਤੋਂ ਕੋਠੀਆਂ, ਕੰਪਨੀਆਂ ਕੀ ਨਹੀਂ ਹੋ ਸਕਦਾ ਤੁਹਾਡੇ ਕੋਲ। ਤੇ ਮੈਂ ਸਿਰਫ ਅੱਜ ਦਾ ਐਸਟੀਮੇਟ ਬਤਾਉਂਦਾ, ਵਾਸ਼ਿੰਗਟਨ ਪੋਸਟ ਨੇ ਕੀ ਕਿਹਾ ਕਿ ਟੋਟਲ ਪੈਸਾ ਜਿਹੜਾ ਵਾਸ਼ਿੰਗਟਨ ਪੋਸਟ ਉਹ ਅਖਬਾਰ ਹੈ ਜਿਹੜੀ ਇਹਨਾਂ ਦੇ ਨਾਲ ਜੁੜੀ ਹੋਈ ਹੈ, ਗਾਰਡੀਅਨ ਜੁੜੀ ਹੋਈ ਹੈ ਇੰਗਲੈਂਡ ਤੋਂ, ਸਾਡੇ ਤੋਂ ਇੰਡੀਅਨ ਐਕਸਪ੍ਰੈਸ ਅਖਬਾਰ ਜੁੜੀ ਹੋਈ ਹੈ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਜੁੜੇ ਹੋਏ ਨੇ, ਟੌਪ ਦੇ ਅਖਬਾਰ ਜੁੜੇ ਹੋਏ ਨੇ। ਤੇ ਇਹਨਾਂ ਦੀ ਇਨਵੈਸਟੀਗੇਸ਼ਨ ਇਹ ਕਹਿੰਦੀ ਕਿ ਵਰਲਡ ਓਵਰ ਸਿਰਫ ਜੇ ਪੈਸਾ ਦੇਖਿਆ ਜਾਏ ਜਿਸ ਤੇ ਟੈਕਸ ਦੀ ਚੋਰੀ ਹੋ ਰਹੀ ਹੈ, ਉਹ ਹੁੰਦਾ $32 ਟ੍ਰਿਲੀਅਨ। ਤਾਂ ਮੈਂ ਇਹਨੂੰ ਕੈਲਕੂਲੇਟ ਕਰ ਰਿਹਾ ਸੀ, ਟ੍ਰਿਲੀਅਨ ਡਾਲਰ, ਤੇ ਮੈਂ ਕੈਲਕੂਲੇਟ ਕਰ ਰਿਹਾ ਸੀ, ਮੈਂ ਅਚੰਭੇ 'ਚ ਰਹਿ ਗਿਆ। $3.5 ਟ੍ਰਿਲੀਅਨ ਦਾ ਲਿਆਣਾ ਹੈ ਉਹਨੇ ਪਲਾਨ ਜੋ ਬਾਈਡਨ ਨੇ, ਤੇ ਪੂਰਾ ਦੇਸ਼ ਵੰਡਿਆ ਪਿਆ ਤਾਂ ਸਰਕਾਰ ਰੁਕੀ ਵੀ ਨਹੀਂ। ਉਹ ਛੋੜੋ, ਮੋਦੀ ਜੀ ਨੇ ਕਿਹਾ ਸੀ ਅਸੀਂ $5 ਟ੍ਰਿਲੀਅਨ ਦੀ ਇਕਨੋਮੀ ਬਣਾਉਣਗੇ 2025 ਸੇ, ਤੇ $32 ਟ੍ਰਿਲੀਅਨ ਹੁੰਦੇ ਜੀ 24 ਲੱਖ ਕਰੋੜ। 24 ਲੱਖ ਕਰੋੜ ਇਹ ਐਕਸਕਲੂਡ ਕਰ ਰਿਹਾ ਆਰਟ ਵਰਕ ਤੇ ਕਾਫੀ ਚੀਜ਼ਾਂ ਨੂੰ। ਤੇ ਇਮੇਜਿਨ ਕਰੋ ਇਸ ਦੇਸ਼ 'ਚ ਇਹਨਾਂ ਦੇ ਖਿਲਾਫ ਐਕਸ਼ਨ ਕਿੰਨਾ ਹੋਇਆ। 20 ਸਾਲ ਹੋ ਗਏ ਮੇਰੇ ਕੋਲ ਐਕਟ ਪਿਆ, PMLA ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ 2002 ਦਾ। 20 ਸਾਲ ਹੋ ਗਏ। ਇਮੇਜਿਨ ਕਰੋ ਤੁਸੀਂ, ਮੇਰਾ ਸਵਾਲ ਦਾ ਜਵਾਬ ਦਿਓ ਕਿ ਕਿੰਨੇ ਲੋਕਾਂ ਨੂੰ ਇਸ 'ਚ ਕਨਵਿਕਟ ਕੀਤਾ ਗਿਆ ਹੋਣਾ। ਜ਼ੀਰੋ। ਕੋਈ ਗੱਲ ਕਰਦੇ ਵਿੱਚੋਂ $32 ਟ੍ਰਿਲੀਅਨ ਕਹਿ ਦੇਵੇ ਤੇ ਮੈਨੂੰ ਤੇ ਅਗਲੇ ਸਵਾਲ ਹੀ ਭੁੱਲ ਜਾਂਦੇ ਨੇ। ਮੈਨੂੰ ਇੱਕ ਪੁਰਾਣਾ ਡਾਟਾ ਯਾਦ ਹੈ, ਤੁਸੀਂ ਮੈਨੂੰ ਉਦੋਂ ਦਿੱਤਾ ਸੀ ਜਦੋਂ ਆਕਸਫੈਮ ਦੀ ਰਿਪੋਰਟ ਆਈ ਸੀ। ਇੱਕ ਔਰਤ ਡੋਮੈਸਟਿਕ ਵਰਕਰ ਹਿੰਦੁਸਤਾਨ ਦੇ ਵਿੱਚ 22,277 ਸਾਲ ਕੰਮ ਕਰੇ, ਛੁੱਟੀ ਨਾਲ ਵਿੱਚੋਂ ਲਵੇ, ਇਸ ਗੱਲ ਦਾ ਧਿਆਨ ਰੱਖਣਾ। 22,277 ਸਾਲ ਕੰਮ ਕਰੇ ਤਾਂ ਉਹ ਓਨਾ ਪੈਸਾ ਕਮਾ ਲੇਗੀ ਜਿੰਨਾ ਕਿਸੇ ਟੈਕਨੋਲੋਜੀ ਕੰਪਨੀ ਦਾ CEO ਇੱਕ ਸਾਲ ਦੇ ਵਿੱਚ ਤਨਖਾਹ ਲੈਂਦਾ। ਇਹ ਇਨਇਕੁਐਲਿਟੀ ਦਾ ਲੈਵਲ ਹੈ, ਉਹ 1% ਤੇ 70% ਨਾਲ ਜੇ ਨਾ ਸਮਝ ਆ ਰਿਹਾ ਹੋਵੇ। ਤੇ ਤੁਸੀਂ ਦੱਸੋ ਕਿ ਜਦੋਂ ਟ੍ਰਿਲੀਅਨਸ ਆਫ ਡਾਲਰਸ ਛੁਪਾਏ ਜਾਂਦੇ ਨੇ ਦਵਿੰਦਰ ਸ਼ਰਮਾ ਜੀ, ਤਾਂ ਫਿਰ ਅੰਦੋਲਨ ਦਾ ਸਾਡਾ ਸਾਈਜ਼ ਕੀ ਹੋਣਾ ਚਾਹੀਦਾ? ਫਿਰ ਇਹ ਚੰਗਾ ਹੋਇਆ ਕਿ ਇਹ ਅੰਦੋਲਨ, ਕਹਿੰਦੇ ਸੀ ਲੋਕ ਕਿ 3 ਖੇਤੀ ਬਿੱਲਾਂ ਤੱਕ ਸੀਮਤ ਹੈ, ਤੇ ਤੁਹਾਡੇ ਵਰਗੇ ਲੋਕਾਂ ਨੇ ਜਾ ਕੇ ਉੱਥੇ ਸਿੰਘੂ ਟਿਗਰੀ ਦੀ ਸਟੇਜ ਤੇ ਅੰਦੋਲਨ ਨੂੰ ਇੰਨਾ ਵੱਡੀ ਆਰਕ ਦੇ ਦਿੱਤੀ ਹੈ ਕਿ ਇਹ ਕੰਪਲੀਟ ਕਾਰਪੋਰੇਟ ਨਿਜ਼ਾਮ, ਇਸ ਕੈਪੀਟਲਿਸਟ ਸਟਰਕਚਰ ਦੇ ਖਿਲਾਫ ਇੱਕ ਅੰਦੋਲਨ ਖੜਾ ਕਰ ਦਿੱਤਾ। ਸੋ ਫਾਈਟ ਤਾਂ ਅਸਲ ਵਿੱਚ ਇਹ ਹੈ। 3 ਖੇਤੀ ਬਿੱਲ ਤਾਂ ਸ਼ਾਇਦ ਉਹ ਵਾਪਸ ਲੈ ਲੈਂਦੇ। ਦੇਖੋ, ਇਹ ਸਮਝਣ ਦੀ ਗੱਲ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਹਿਲੇ ਕਿਹਾ ਕਿ 32 ਲੱਖ ਕਰੋੜ ਰੁਪਏ ਦਾ ਸਾਰਾ ਜਿਹੜਾ ਤਾਮਝਾਮ ਜਿਹੜਾ ਹੈ, ਤੁਸੀਂ ਇਹ ਦੇਖੋ ਕਿ ਡਿਜ਼ਾਈਨ ਕਿਸ ਤਰ੍ਹਾਂ ਖਿੱਚਿਆ ਜਾਂਦਾ ਹੈ। ਅੱਜ ਸਾਰਾ ਕੁਝ ਜਿਹੜਾ ਹੋ ਰਿਹਾ ਬੇਸਿਕਲੀ ਅਸੀਂ ਕੀ ਗਰੋਥ ਜਿਹਨੂੰ ਕਹਿੰਦੇ ਹੈਗੇ ਆ, ਕਿਸ ਵਾਸਤੇ ਹੋ ਰਹੀ ਹੈ? ਬੇਸਿਕਲੀ ਟੂ ਇਰੈਡੀਕੇਟ, ਰਿਮੂਵ ਪਾਵਰਟੀ। ਪਾਵਰਟੀ ਜਾਏਗੀ, ਹੰਗਰ ਜਾਏਗੀ, ਇਹੀ ਸਾਰੀ ਦੁਨੀਆ ਦਾ ਕੋਸ਼ਿਸ਼ ਹੈ। ਹੁਣ ਦੇਖੋ ਕਿ ਐਨਾਲਿਸਿਸ ਇਹ ਕਹਿੰਦਾ ਹੈਗਾ, ਇਨਕਲੂਡਿੰਗ ਵਰਲਡ ਬੈਂਕ ਦਾ, ਕਿ ਇਹ ਟੋਟਲ ਤੁਹਾਨੂੰ ਜਿਹੜਾ ਪਾਵਰਟੀ ਦੁਨੀਆ ਵਿੱਚੋਂ ਖਤਮ ਕਰਨ ਵਾਸਤੇ, ਗਰੀਬੀ ਖਤਮ ਕਰਨ ਵਾਸਤੇ ਤੁਹਾਨੂੰ $100 ਬਿਲੀਅਨ ਚਾਹੀਦੇ ਸਿਰਫ। ਦੈਟਸ ਇਟ। ਸਿਰਫ $100 ਬਿਲੀਅਨ ਚਾਹੀਦੇ ਹੈਗੇ। ਹੁਣ ਪਿਛਲੇ ਸਾਲ ਜਦ ਪਹਿਲਾ ਸਾਲ ਲਾਕਡਾਊਨ ਦਾ ਸੀਗਾ, ਉਹਦੇ ਵਿੱਚ ਜਿਹੜੇ ਸੈਂਟਰਲ ਬੈਂਕਸ ਹੈਗੇ ਆ ਅਮੀਰ ਦੇਸ਼ਾਂ ਦੇ ਔਰ ਹਿੰਦੁਸਤਾਨ ਨੂੰ ਮਿਲਾ ਕੇ ਉਹਨਾਂ ਨੇ $9 ਟ੍ਰਿਲੀਅਨ ਸਰਪਲਸ ਛਾਪਿਆ। ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਨੂੰ ਕਿ $9 ਟ੍ਰਿਲੀਅਨ ਤਾਂ ਬੈਂਕਸ ਨਹੀਂ ਛਾਪੇ ਹੈਗੇ।
ਉਹ ਜਿਹੜਾ ਪੈਸਾ ਹੈਗਾ ਉਹ that has gone into the pockets of the rich, ਉਹਨਾਂ ਅਮੀਰ ਦੇ ਲੋਕਾਂ ਦੀ ਜੇਬ 'ਚ ਗਿਆ by way of the stock market। ਰਿਜ਼ਲਟ ਇਹ ਹੋਇਆ ਕਿ ਜਿਹੜੇ ਰਿਚ ਸੀਗੇ ਉਹਨਾਂ ਦੀ ਜਿਹੜੀ ਵੈਲਥ ਹੈਗੀ ਉਹ 5 ਬਿਲੀਅਨ ਤੋਂ ਲੈ ਕੇ 9 ਬਿਲੀਅਨ ਦੇ ਵਿੱਚ ਵੱਧ ਜਾਂਦੀ ਹੈਗੀ ਡਾਲਰਸ ਦੇ ਵਿੱਚ ਪਿਛਲੇ ਸਾਲ। ਔਰ ਜਦ 9 ਟ੍ਰਿਲੀਅਨ ਡਾਲਰ ਤੁਸੀਂ ਪੰਪ ਕਰੋਗੇ ਜਿਹੜਾ ਅਮੀਰ ਆਦਮੀ ਦੇ ਵਿੱਚ ਹੱਥ ਵਿੱਚ ਪੈਸਾ ਜਾਏਗਾ ਤਾਂ ਉਹਨਾਂ ਦੀ ਵੈਲਥ ਤਾਂ बढ़नी ਹੈਗੀ। ਫਿਰ ਉਹਨੂੰ ਇਹੀ ਸਭ ਚਾਹੀਦਾ, ਫਿਰ ਉਹਨਾਂ ਨੇ ਇਹੀ ਕੰਮ ਤਾਂ ਕਰਨਾ, ਇਹੀ ਚਾਹੀਦਾ, ਪੈਸਾ ਹੋਰ ਲੱਗੇਗਾ ਮੈਂ ਇਹੀ ਕਹਿ ਰਿਹਾ ਸੀਗਾ ਉਹਦੇ ਵਿੱਚ ਮੈਂ ਪੁੱਛਿਆ ਸੀਗਾ ਸਵਾਲ ਕਿ ਜਦ ਤੁਸੀਂ 9 ਟ੍ਰਿਲੀਅਨ ਡਾਲਰ ਛਾਪਣ ਦੀ ਤੁਹਾਡੀ ਸ਼ਮਤਾ ਹੈ ਫਿਰ ਤੁਸੀਂ 100 ਬਿਲੀਅਨ ਡਾਲਰ ਉਹ 'ਚ ਕਿਉਂ ਨਹੀਂ ਕੱਢ ਕੇ ਦੇ ਦਿੰਦੇ ਸਾਰੀ ਦੁਨੀਆ ਦੀ ਭੁੱਖ ਔਰ ਗਰੀਬੀ ਮਿਟ ਜਾਏ। ਇਹਦਾ ਡਿਜ਼ਾਈਨ ਸਮਝੋ ਨਾ। ਅੱਛਾ, ਇਸ ਡਿਜ਼ਾਈਨ ਨੂੰ ਐਸਪੀਜੀ ਇਹਨੂੰ ਅਸੀਂ ਇਕਨੋਮਿਕ ਗਰੋਥ ਕਹਿੰਦੇ ਹੈਗੇ। ਇਹਦਾ ਨਾਮ ਇਕਨੋਮਿਕ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਇੱਕ ਤਾਂ ਇਹ ਇਕਨੋਮਿਕ ਗਰੋਥ ਆ, ਇੱਕ ਸਾਡੀ ਅਕਲ ਦੀ ਗਰੋਥ ਹੋ ਰਹੀ ਹੈ ਜਿਹੜੀ ਇਸ ਅੰਦੋਲਨ ਦੇ ਵਿੱਚ ਹੋ ਰਹੀ ਹੈ, ਇੱਕ ਸਾਡੀ ਅਕਲ ਦੇ ਵਿੱਚ ਇਹ ਵਾਧਾ ਹੋ ਰਿਹਾ ਜਿਹੜੇ ਇਸ ਕਿਸਮ ਦੇ ਕਰੋੜਾਂ ਡਾਕੂਮੈਂਟ ਅਚਾਨਕ ਸਾਡੇ ਸਾਹਮਣੇ ਆ ਗਏ ਨੇ। ਤੇ ਧੰਨਵਾਦ ਹੈ ਅਕਾਲ ਪੁਰਖ ਦਾ ਕਿ ਉਹਨਾਂ ਪੱਤਰਕਾਰਾਂ ਦੇ ਹੱਥ ਲੱਗੇ ਨੇ ਜਿਹੜੇ 2-2 ਸਾਲ ਖੋਜੀ ਪੱਤਰਕਾਰਤਾ ਕਰਕੇ ਇਹ ਸਾਰੇ ਕੱਚੇ ਚਿੱਠੇ ਜਿਨ੍ਹਾਂ ਨੇ ਸਾਹਮਣੇ ਲਿਆਤੇ ਰਹੇ ਨੇ ਤੇ ਹੁਣ ਭਾਜੜਾ ਪਈਆਂ ਹੋਈਆਂ ਨੇ। ਇੱਥੇ ਸਾਡੇ ਦੇਸ਼ ਕਿਹਨੂੰ ਭਾਜੜਾ ਪਈਆਂ ਇਹਦੀ ਵੀ ਗੱਲ ਕਰਦੇ ਹਾਂ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਵੱਡੀ ਕਰ ਰਹੇ ਹਾਂ ਹਜ਼ਾਰਾਂ ਕਰੋੜਾਂ ਡਾਲਰਾਂ ਬਾਰੇ ਜਿਹੜੇ ਲੁਕੇ ਹੋਏ ਸੀ, ਲੁਕਾਏ ਹੋਏ ਸੀ ਤੇ ਫੜੇ ਗਏ ਨੇ ਤੇ ਪੱਤਰਕਾਰਾਂ ਨੇ ਫੜੇ ਨੇ। ਕਰੋੜਾਂ ਦਸਤਾਵੇਜ਼ ਸਾਹਮਣੇ ਆ ਗਏ ਨੇ ਤੇ ਪੂਰੀ ਦੁਨੀਆ ਵਿੱਚ ਜਿਸ ਦਾ ਰੌਲਾ ਪੈ ਰਿਹਾ ਹੈ ਤੇ ਸਾਡੇ ਲਈ ਇਸ ਸਭ ਬਾਰੇ ਜਾਣਨਾ ਕਿਉਂ ਜ਼ਰੂਰੀ ਹੈ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਦਵਿੰਦਰ ਸ਼ਰਮਾ ਜੀ ਅਤੇ ਅਰਜੁਨ ਸ਼ਰੋਨ ਜੀ ਵਕੀਲ। ਦਵਿੰਦਰ ਸ਼ਰਮਾ ਜੀ, ਸੈਂਸੇਸ਼ਨਲ ਹੈ ਜਿਹੜੇ ਮਰਜ਼ੀ ਪਾਸਿਓਂ ਦੇਖ ਲਓ। ਵੈਸੇ ਨਾ ਵੈਨ ਵਾਜ਼ ਇਟ 96 ਸੀਗਾ ਸੁਖਰਾਮ ਹਰੀ ਜਦੋਂ ਫੜੇ ਗਏ ਸੀ ਟੈਲੀਕਾਮ ਮਿਨਿਸਟਰ ਐਟੇ ਸੀਗੇ ਤੇ ਉਹ ਕਿੰਨਾ 3 ਕਰੋੜ ਰੁਪਇਆ ਸੀ, 3 ਕਰੋੜ ਪਲੱਸ ਰੁਪਇਆ ਸੀਗਾ। ਕੁਝ ਆਈ ਥਿੰਕ ਕਰੋੜ ਸਵਾ ਕਰੋੜ ਉਹਨਾਂ ਦੇ ਮੰਡੀ ਵਾਲੇ ਘਰ ਚੋਂ ਲੱਭਿਆ ਸੀ ਤੇ ਦਿੱਲੀ ਵਾਲੇ ਚੋਂ 3 ਕਰੋੜ। ਤੇ ਉਸ ਵੇਲੇ ਅਸੀਂ ਕਿਉਂਕਿ ਉੱਥੇ ਨੌਕਰੀ ਕਰਦੇ ਸੀ ਦਿੱਲੀ ਦੇ ਵਿੱਚ ਤੇ ਇਟ ਵਾਜ਼ ਵੈਰੀ ਇੰਟਰਸਟਿੰਗ ਕਿ 3 ਕਰੋੜ ਰੁਪਇਆ ਕੋਈ ਕਿੱਦਾਂ ਛੁਪਾਉਂਦਾ ਹੈ ਤੇ ਉਹ ਉਹਨਾਂ ਦੀਆਂ ਰਜਾਈਆਂ ਦੇ ਵਿੱਚ, ਮੈਟਰੈਸਿਸ ਦੇ ਵਿੱਚ, ਗੱਦਿਆਂ ਦੇ ਵਿੱਚ ਛੁਪਾਇਆ ਹੋਇਆ ਸੀ। ਔਰ ਓਬਵੀਅਸਲੀ ਨੌਕਰਾਂ ਨੂੰ ਤਾਂ ਨਹੀਂ ਕਿਹਾ ਹੋਏਗਾ ਕਿ 6-8 ਜਿਹਨੇ ਰਲ ਕੇ ਜੇ 3 ਕਰੋੜ ਰੁਪਇਆ ਭਰ ਦੋ, ਆਪ ਹੀ ਲੱਗਣਾ ਪਿਆ ਹੋਏਗਾ। ਹੋ ਸਕਦਾ ਪਤਨੀ ਨੂੰ ਨਾਲ ਕਿਹਾ ਹੋਵੇ, ਵਿੱਚ ਭਰਨ ਲੱਗਿਆ ਪੂਰੀ ਅੱਧੀ ਰਾਤ ਬੀਤੀ ਹੋਏਗੀ, ਫਿਰ ਉਹਨੂੰ ਖੰਦੂਈ ਨਾਲ ਸੀਤਾ ਹੋਏਗਾ, ਫਿਰ ਉਹਦੇ ਉੱਪਰ ਸੌਂਦੇ ਹੋਣਗੇ। ਇਟ ਮਸਟ ਬੀ ਵੈਰੀ ਇੰਟਰਸਟਿੰਗ। ਤੁਹਾਡੇ ਇੱਕ ਦੋਸਤ ਨੇ ਯੂਨੀਅਨ ਮਿਨਿਸਟਰ ਹੁੰਦੇ ਸੀ ਤੇ ਉਹਨਾਂ ਨੂੰ ਪੈਨਾਂ ਦਾ ਬੜਾ ਸ਼ੌਕ ਸੀ ਤੇ ਤੁਹਾਨੂੰ ਵੀ ਇਹਦੇ ਬਾਰੇ ਜਾਣਕਾਰੀ ਸੀ। ਤੁਹਾਨੂੰ ਯਾਦ ਆ ਉਹ 50-50 ਲੱਖ ਕਰੋੜ ਰੁਪਏ ਦਾ ਪੈਨ ਆਪਣੀ ਜੇਬ ਨਾਲ ਲਾਉਂਦੇ ਹੁੰਦੇ ਸੀ। ਜੇ ਇੰਨੀ ਜਾਣਕਾਰੀ ਸੁਖਰਾਮ ਜੀ ਨੂੰ ਹੁੰਦੀ ਤੇ 2 ਪੈਨ ਇੱਥੇ ਜੇਬ ਨਾਲ ਲਾ ਲੈਂਦੇ ਤੇ 3 ਕਰੋੜ ਰੁਪਇਆ ਛੁਪਾਇਆ ਜਾਣਾ ਸੀ। ਐਵੇਂ ਵਿਚਾਰੇ ਫੜੇ ਗਏ। ਦਿਸ ਇਜ਼ ਦਾ ਪ੍ਰੋਬਲਮ। ਜਿਸ ਵੇਲੇ ਤੁਸੀਂ ਇੰਨੇ ਕਰੋੜ ਰੁਪਏ ਛੁਪਾਣੇ ਨੇ, ਹਜ਼ਾਰਾਂ ਕਰੋੜਾਂ ਡਾਲਰ ਛੁਪਾਣੇ ਨੇ, ਤਾਂ ਫਿਰ ਤੁਹਾਨੂੰ ਇਹਨਾਂ ਏਜੰਸੀਜ਼ ਦੀ, ਇਹਨਾਂ ਆਫਸ਼ੋਰ ਕੰਪਨੀਜ਼ ਦੀ ਜ਼ਰੂਰਤ ਪੈਂਦੀ ਹੈ ਜਿਹੜੀ ਦੁਨੀਆ ਦੇ ਵਿੱਚ ਇਹੋ ਜਿਹੇ ਜਗ੍ਹਾ ਦੇ ਉੱਤੇ ਬਣੀਆਂ ਹੋਈਆਂ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ। ਉਹ ਪ੍ਰੋਫੈਸ਼ਨਲ ਨੇ ਇਸ ਕੰਮ ਦੇ ਵਿੱਚ ਕਿ ਸਰ ਤੁਹਾਨੂੰ ਤੁਸੀਂ ਇੱਕ ਕੰਪਨੀ ਖਰੀਦਣੀ ਹੈ, ਕੰਪਨੀ ਦੇ ਅੱਗੋਂ 4 ਕੰਪਨੀਆਂ ਖਰੀਦਣੀਆਂ ਨੇ, ਹਰੇਕ ਕੰਪਨੀ ਦੀਆਂ ਅੱਗੋਂ ਕੁਝ ਕੰਪਨੀਆਂ ਹੋਣਗੀਆਂ। A ਕੰਪਨੀ ਦੀ ਮਾਲਕ B ਹੈ, B ਦੀ ਮਾਲਕ 4 ਕੰਪਨੀਆਂ ਨੇ, ਉਹਨਾਂ 4 ਕੰਪਨੀਆਂ ਦੀਆਂ ਮਾਲਕ 12 ਕੰਪਨੀਆਂ ਨੇ। ਇਹਨਾਂ ਸਾਰਾ ਸੀਕ੍ਰੇਟ ਜੇ ਸ਼ੈਲ ਬਣ ਜਾਂਦੇ ਨੇ ਕਿ ਉੱਥੋਂ ਤੱਕ ਟੈਕਸਮੈਨ ਪਹੁੰਚ ਹੀ ਨਹੀਂ ਪਾਉਂਦਾ। ਹੁਣ ਇੱਕ ਆਰਗੂਮੈਂਟ ਇਹ ਹੈ ਕਿ ਜੀ ਦੇਖੋ ਜਦੋਂ ਇੰਨੇ ਧਨ ਨਾਲ ਕਰਨਾ ਹੋਵੇ ਨਾ ਤੇ ਇਹ ਲੈਜੀਟੀਮੇਟ ਨੀਡਸ ਹੁੰਦੀਆਂ ਨੇ। ਇਸ ਪਾਸਿਓਂ ਆਰਗੂ ਕੀਤਾ, ਸਭ ਨੇ ਆਰਗੂ ਕੀਤਾ ਕਿ ਇਹ ਲੈਜੀਟੀਮੇਟ ਨੀਡਸ ਨੇ, ਇਨਕਲੂਡਿੰਗ ਰਿਲਾਇੰਸ ਨੇ ਆਰਗੂ ਕੀਤਾ ਕਿ ਇਹ ਲੈਜੀਟੀਮੇਟ ਨੀਡਸ ਨੇ। ਤੇ ਬਹੁਤ ਸਾਰੇ ਲੋਕਾਂ ਦਾ ਪ੍ਰੋਫੈਸਰ ਅਰੁਣ ਕੁਮਾਰ ਵਰਗੇ ਲੋਕ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਬਲੈਕ ਮਨੀ ਦੇ, ਉਹ ਕਹਿੰਦੇ ਨੇ ਲੈਜੀਟੀਮੇਟਸ ਕਿਸੇ ਹੱਦ ਤੱਕ ਹੈਗੀਆਂ ਵੀ ਨੇ, ਪਰ ਇਹਨਾਂ ਦਾ ਜਿਹੜਾ ਯੂਜ਼ ਹੈ ਉਹ ਫਿਰ ਤੁਹਾਨੂੰ ਛੁਪਾਉਣ ਲਈ ਕੀਤਾ ਜਾਂਦਾ। ਵੇ ਆਊਟ ਕੀ ਹੈ? ਨੇਸ਼ਨ ਸਟੇਟ ਇਹਦੇ ਨਾਲ ਕਿੱਦਾਂ ਲੜੇ? ਜੇ ਸਭ ਕੁਝ ਨੂੰ ਖਤਮ ਕਰ ਦਿਓ ਤਾਂ ਉਹ ਕਹਿੰਦੇ ਨੇ ਜੀ ਬਿਜ਼ਨਸਿਸ ਤਬਾਹ ਹੋ ਜਾਣਗੇ, ਫਿਰ ਤਾਂ ਬਿਜ਼ਨਸ ਕਰਨ ਦੇ ਤਰੀਕੇ ਹੀ ਨਹੀਂ ਬਚਣਗੇ। ਕੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਵੈਸੇ ਹੀ ਅਮੀਰੀ ਤੋਂ ਹੀ ਨਫ਼ਰਤ ਹੈ? ਕੋਈ ਅਮੀਰ ਹੋਣਾ ਹੀ ਨਹੀਂ ਚਾਹੀਦਾ? ਕੀ ਲੱਖਾਂ ਕਰੋੜ ਹੋਣੇ ਨਹੀਂ ਚਾਹੀਦੇ ਕਿਸੇ ਕੋਲ? ਇਹ ਅਗੇਨ ਇਹ ਨੈਰੇਟਿਵ ਜਿਹੜਾ ਹੈਗਾ ਉਹ ਡਿਜ਼ਾਈਨ ਨੂੰ ਸਪੋਰਟ ਕਰਨ ਵਾਸਤੇ ਬਣਾਇਆ ਜਾਂਦਾ ਹੈ ਕਿ ਬਈ ਅਗਰ ਅਸੀਂ ਅਮੀਰ ਨੂੰ ਨਹੀਂ ਸਪੋਰਟ ਕਰਾਂਗੇ ਤਾਂ ਇਕਨੋਮੀ ਕੋਲੈਪਸ ਕਰ ਜਾਏਗੀ, ਇਕਨੋਮਿਕ ਗਰੋਥ ਨਹੀਂ ਹੋਏਗੀ। ਜਦ ਗਰੋਥ ਨਹੀਂ ਹੋਏਗੀ ਤਾਂ ਗਰੀਬੀ ਤੋਂ ਤੁਸੀਂ ਨਹੀਂ ਲੋਕਾਂ ਨੂੰ ਕੱਢ ਸਕਦੇ ਹੈਗੇ। ਇਹ ਸਾਰੀ ਗੱਲਾਂ ਇਹ ਤੁਹਾਨੂੰ ਦੱਸੀਆਂ ਜਾਣਗੀਆਂ। ਇਹਦੇ ਉੱਪਰ ਇੱਕ ਤਰ੍ਹਾਂ ਦਾ ਰੋਜ਼ਾਨਾ ਜਿਹੜਾ ਤੁਹਾਡੇ ਟੈਲੀਵਿਜ਼ਨ ਤੇ ਬੰਬਾਰਡਮੈਂਟ ਹੋਏਗੀ, ਹੋਏਗਾ ਸਾਰਾ ਕੁਝ। ਇੱਕ ਡਰ, ਇੱਕ ਫੀਅਰ ਸਾਈਕੋਸਿਸ ਕ੍ਰੀਏਟ ਕੀਤਾ ਜਾਂਦਾ ਹੈਗਾ। ਬਟ ਰਿਐਲਿਟੀ ਇਹ ਕਹਿੰਦੀ ਹੈਗੀ, ਲੈਟ ਅਸ ਲੁੱਕ
ਲੁੱਕ ਇਨਟੂ ਅ ਕੰਟਰੀ ਲਾਈਕ ਅਮਰੀਕਾ, ਸ਼ੋਰ ਅਮਰੀਕਾ ਵਿੱਚ 2009 ਤੋਂ ਜਿਹੜਾ ਆਮ ਮਜ਼ਦੂਰ ਆ, ਆਮ ਜਿਹੜਾ ਕੰਮ ਕਰਦਾ ਹੈਗਾ, ਉਹਦਾ ਜਿਹੜਾ ਉਹ ਹੁੰਦਾ ਨਾ ਮਿਨੀਮਮ ਜਿਹੜਾ ਵੇਜਸ ਹੈਗੀ ਹੈ, ਉਹ $7.25 ਪਰ ਆਵਰ ਤੇ ਫਿਕਸ ਹੈ 2009 ਤੋਂ। ਹਾਂਜੀ, ਔਰ ਉਸੇ ਟਾਈਮ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੀ ਜਿਹੜੀ ਟੌਪ 1% ਦੀ ਜਿਹੜੀ ਇਨਕਮ ਹੈ ਉਹ ਜ਼ੂਮ ਕਰਦੀ ਹੈ। ਤੁਸੀਂ ਪਹਿਲੇ ਦੱਸਿਆ ਕਿ ਬਈ ਹਿੰਦੁਸਤਾਨ ਵਿੱਚ ਅਗਰ 1% ਦੀ 4 ਗੁਣਾ ਹੈਗੀ ਹੈ 73% ਤੋਂ, ਅਮਰੀਕਾ 'ਚ ਵੀ ਇਸ ਤਰ੍ਹਾਂ ਦਾ ਹਾਲ ਹੈਗਾ। ਹਾਂਜੀ, ਔਰ ਇਹ ਲੋਕਡਾਊਨ ਦੇ ਪੀਰੀਅਡ 'ਚ ਵੀ ਉੱਥੇ ਤਕਰੀਬਨ $45 ਬਿਲੀਅਨ ਦੀ ਉਹਨਾਂ ਦੀ ਗਰੋਥ ਹੋਈ ਹੈ। ਨੈਰੇਟਿਵ ਇਹ ਵੀ ਕਹਿ ਰਿਹਾ ਕਿ ਵੈਲਥ ਹੋਰ ਜ਼ਿਆਦਾ ਕਨਸੈਂਟਰੇਟ ਹੁੰਦੀ ਜਾ ਰਹੀ ਹੈ। ਪੁਆਇੰਟ ਵੈਰੀ ਇੰਟਰਸਟਿੰਗ ਕਿ ਜਦ ਤੁਸੀਂ ਇਹ ਜਿਹਾ ਸਿਸਟਮ ਰੱਖੋਗੇ ਕਿ ਬਈ ਯੂ ਵਾਂਟ ਟੂ ਕੀਪ ਦੀ ਪੂਅਰ ਔਰ ਸਾਰਾ ਡਿਜ਼ਾਈਨ ਹੀ ਇਸ ਤਰ੍ਹਾਂ ਕਿ ਰਿਚ ਸ਼ੁੱਡ ਬਿਕਮ ਸੁਪਰ ਰਿਚ, ਤਾਂ ਫਿਰ ਇਹ ਤਾਂ ਹੋਣਾ ਹੀ ਹੈਗਾ ਨਾ। ਇਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਗਰੋਥ ਜਿਹੜੀ ਹੈਗੀ ਉਹ ਰੁਕ ਜਾਏਗੀ ਅਗਰ ਨਹੀਂ ਕਰਾਂਗੇ। ਮਾਈ ਪੁਆਇੰਟ ਇਜ਼ ਦਿਸ ਸਰ ਕਿ ਸਾਨੂੰ ਇੱਕ ਗਲਤ ਦੱਸਿਆ ਜਾ ਰਿਹਾ ਹੈਗਾ ਐਂਡ ਇਸ ਚੀਜ਼ ਨੂੰ ਸਾਨੂੰ ਸਮਝਣਾ ਹੈਗਾ। ਆਈਲ ਗਿਵ ਯੂ 1 or 2 ਐਗਜ਼ਾਮਪਲਸ। ਹੁਣ ਦੇਖੋ ਪੰਜਾਬ ਦੀ ਗੱਲ ਕਰ ਲਈਏ। ਪੰਜਾਬ ਦੀ 2 ਸਾਲ ਪਹਿਲੇ ਮੈਨੂੰ ਯਾਦ ਹੈ ਕਿ ਪੰਜਾਬ ਦਾ ਇੱਕ ਲੈਂਡ ਬੈਂਕ ਹੈਗਾ ਜੀ, ਉਹਨਾਂ ਦੇ ਕਿਸਾਨਾਂ ਨੇ ਜਿਹੜਾ ਨਹੀਂ ਦੇ ਪਾਏ ਸੀ ਕਰਜ਼ਾ, ਉਹ ਤਕਰੀਬਨ 800 ਕਰੋੜ ਦੇ ਟੋਟਲ ਪੈਂਦਾ ਹੋਏਗਾ। ਹਾਂਜੀ, ਉਹਦੇ ਵਿੱਚ 12,000 ਕਿਸਾਨਾਂ ਨੂੰ ਉਹਨਾਂ ਨੇ ਲੀਗਲ ਨੋਟਿਸ ਜਾਰੀ ਕਰਤਾ ਕਿ ਤੁਸੀਂ ਨਹੀਂ ਦਿਓਗੇ ਤਾਂ ਤੁਹਾਡੀ ਜ਼ਮੀਨ ਜਿਹੜੀ ਹੈ ਜ਼ਬਤ ਹੋ ਜਾਏਗੀ, ਜਾਂ ਜੋ ਵੀ ਅਸੀਂ ਕਹਿੰਦੇ ਹੈਗੇ ਹੈ ਨਾ ਉਹ ਕਰਾਂਗੇ ਅਸੀਂ। ਔਰ ਉਸੇ ਟਾਈਮ ਅਸੀਂ ਜਦ ਹੇਅਰ ਕੱਟ ਦੇਖਦੇ ਹਾਂ ਕੰਪਨੀ ਦੇ, ਇੱਕ ਕੰਪਨੀ ਦਾ ਜਿਹੜਾ ਹੇਅਰ ਕੱਟ ਸੀਗਾ ਉਹ ਉਸ ਜਿਹੜਾ ਕਿਸਾਨਾਂ ਦਾ 12,000 ਕਿਸਾਨਾਂ ਦਾ ਜਿਹੜਾ ਡਿਊ ਸੀਗਾ ਉਹ ਤੋਂ ਕਈ ਗੁਣਾ ਜ਼ਿਆਦਾ ਸੀਗਾ ਜਿਹੜਾ ਬੈਂਕਾਂ ਨੇ ਰਾਈਟ ਆਫ ਕੀਤਾ ਹੈ। ਹੇਅਰ ਕੱਟ ਮੈਂ ਸਮਝਾ ਦਿਆਂ, ਹੇਅਰ ਕੱਟ ਦਾ ਮਤਲਬ ਹੁੰਦਾ ਕਿ ਜਿਹੜੀਆਂ ਕੰਪਨੀਆਂ ਉਹਨਾਂ ਦਾ ਸਿਰ ਮੁੰਡ ਕੇ ਲੈ ਗਈਆਂ, ਇੰਨਾ ਪੈਸਾ ਉਹਨਾਂ ਦਾ ਸਮਝ ਲਓ ਚੋਰੀ ਕਰਕੇ ਲੈ ਗਈਆਂ, ਔਰ ਉਹ ਬੈਂਕ ਰਾਈਟ ਆਫ ਕਰਦੇ ਹੈਗੇ। ਹੁਣ ਦੇਖੋ ਨਾ, ਹੁਣ ਪਿੱਛੇ ਦੇਖਿਆ ਸੀ ਕਿ 95% ਤੱਕ ਅਸੀਂ ਹੇਅਰ ਕੱਟ ਦਿੰਦੇ ਹਾਂ। ਹੁਣ ਇਹ ਲੋਕਾਂ ਨੂੰ ਸਮਝਣਾ ਹੈ ਹੇਅਰ ਕੱਟ ਮਤਲਬ ਹਜਾਮਤ ਕਿਹੜੀ ਹੁੰਦੀ ਹੈ? ਹਜਾਮਤ ਬੈਂਕਾਂ ਦੀ ਹੁੰਦੀ ਹੈ, ਬੈਂਕਾਂ ਦੇ ਮਾਧਿਅਮ ਤੋਂ ਸਾਡੀ ਸਭ ਦੀ ਹੁੰਦੀ ਹੈ। ਹਾਂਜੀ, ਸਾਡੀ ਹਜਾਮਤ ਜਿਹੜੀ ਹੁੰਦੀ ਹੈ ਉਹ ਅਸੀਂ ਕਹਿੰਦੇ ਕਿ ਇਕਨੋਮਿਕ ਗਰੋਥ ਹੈ। ਹੁਣ ਤੁਸੀਂ ਇੱਕ ਹੋਰ ਦੇਖੋ ਕਿ ਸਾਡੇ ਇੱਕ ਚੀਫ ਇਕਨੋਮਿਕ ਐਡਵਾਈਜ਼ਰ ਸੀਗੇ ਦੇਸ਼ ਦੇ, ਉਹ ਕਹਿੰਦੇ ਹੈ ਕਿ ਜਦ ਅਸੀਂ ਕਾਰਪੋਰੇਟ ਦਾ ਕਰਜ਼ਾ ਮਾਫ ਕਰਦੇ ਹਾਂ ਤਾਂ ਇਕਨੋਮਿਕ ਗਰੋਥ ਹੁੰਦੀ ਹੈ। ਜਦ ਅਸੀਂ ਕਿਸਾਨ ਨਾਮ ਲੈ ਦਿਓ, ਤੁਹਾਡੇ ਤਾਂ ਮਿੱਤਰ ਰਹੇ ਨੇ, ਕਿਸਾਨ ਦਾ ਅਗਰ ਕਰਜ਼ਾ ਅਸੀਂ ਮਾਫ ਕਰਦੇ ਹਾਂ ਤਾਂ ਹੰਗਾਮਾ ਹੋ ਜਾਂਦਾ ਇਸ ਦੇਸ਼ ਵਿੱਚ ਕਿ ਬਈ ਇਹ ਕਰਜ਼ਾ ਜਿਹੜਾ ਹੈਗਾ ਫਿਸਕਲ ਡੈਫਿਸਿਟ बढ़ ਜਾਏਗਾ, ਇੱਕ ਕ੍ਰੈਡਿਟ ਇਨਡਿਸਪਲਿਨ ਲੈ ਕੇ ਆਏਗਾ, ਇਹਦੇ ਨਾਲ ਮੋਰਲ ਹੈਜ਼ਰਡ ਹੋਏਗਾ, ਨੈਸ਼ਨਲ ਬੈਲੈਂਸ ਸ਼ੀਟ ਅਪ ਹੋ ਜਾਏਗੀ। ਕਿੰਨਾ ਕਰਜ਼ਾ ਹੈਗਾ? ਅਸੀਂ 2015 ਤੋਂ ਬਾਅਦ ਦੇਖ ਲਈਏ ਹਿੰਦੁਸਤਾਨ ਵਿੱਚ ਅਸੀਂ ਤਕਰੀਬਨ 2 ਲੱਖ ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਹੈ, ਉਹ ਵੀ ਹੰਗਾਮਾ ਹੋਣ ਤੋਂ ਬਾਵਜੂਦ ਵੀ। ਔਰ ਕਾਰਪੋਰੇਟ ਦਾ ਅਸੀਂ 2013 ਤੋਂ ਅੱਜ ਤੱਕ 10 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕਰ ਚੁੱਕੇ ਹਾਂ। ਔਰ ਉਹਨੇ ਉੱਪਰ ਕੋਈ ਚਰਚਾ ਤੁਸੀਂ ਟੀਵੀ ਸੁਣੀ ਹੈ ਅੱਜ ਤੱਕ? ਲੇਕਿਨ ਜਿਹੜਾ 2 ਲੱਖ ਤੇ ਤਾਂ ਹਰ ਰੋਜ਼ ਕੋਈ ਪੇਪਰ ਹੀ ਕੱਢੇਗਾ, ਕੋਈ ਵਿਕੀਲੀਕਸ ਹੀ ਆਣਗੇ, ਕੋਈ ਪਨਾਮਾ ਪੇਪਰਸ ਹੀ ਆਣਗੇ ਤਾਂ ਪਤਾ ਲੱਗੇਗਾ। ਬਿਲਕੁਲ ਠੀਕ ਹੈ। ਮੈਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ 2 ਲੱਖ ਤੇ ਤਾਂ ਹਰ ਰੋਜ਼ ਡਿਬੇਟ ਹੁੰਦੀ ਸੀਗੀ, ਵੇਵ ਦੀ ਵੇਵਰ, ਇਹ ਬਿਲਕੁਲ ਗਲਤ ਹੋ ਰਿਹਾ ਹੈਗਾ, ਅਨਿਆਏ ਹੈਗਾ। ਹਾਂਜੀ, ਲੇਕਿਨ ਜਦ ਕਾਰਪੋਰੇਟ ਦਾ ਹੁੰਦਾ ਹੈ ਕਿਸੇ ਚੈਨਲ ਤੇ ਡਿਬੇਟ ਨਹੀਂ ਹੋਈ ਕਿ ਇਹ ਕਾਰਪੋਰੇਟ ਦਾ ਰਾਈਟ ਆਫ ਗਰੀਬਾਂ ਦਾ ਕਰਜ਼ਾ ਜਦੋਂ ਮਾਫ ਹੁੰਦਾ ਤੇ ਫਿਰ ਵੱਡੇ ਵੱਡੇ ਇਸ਼ਤਿਹਾਰ ਛਪਦੇ ਨੇ। ਦੂਜੀ ਗੱਲ ਜੋ ਤੁਹਾਨੂੰ ਮੈਂ ਕਹਿ ਰਿਹਾ ਸੀ ਕਿ ਹੋਰ ਸਮਝਣ ਦੀ ਗੱਲ ਹੈ, ਸਾਡਾ ਜਿਹੜਾ FRBM ਐਕਟ ਹੈਗਾ, ਹਾਂਜੀ, ਫਿਸਕਲ ਰਿਸਪੌਂਸਿਬਿਲਟੀ ਜਿਹੜਾ ਐਕਟ ਹੈਗਾ, ਉਹ ਕਿਉਂਕਿ ਅਸੀਂ ਬੜੇ ਉੱਥੇ ਅਸੀਂ ਚਮੜੇ ਹੋਏ ਨਾ ਕਿ ਅਸੀਂ ਫਿਸਕਲ ਡੈਫਿਸਿਟ ਨਹੀਂ ਵਧਣ ਦੇਣਾ, 3% ਰੱਖਣਾ। ਉਹ ਵੀ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈਗਾ ਕਿ ਬਈ ਗਰੀਬ ਆਦਮੀ ਨੂੰ ਜਿਹੜਾ ਵੀ ਸਪੋਰਟ ਕਰਨੀ ਹੈਗੀ ਹੈ ਦੈਟ ਸ਼ੁੱਡ ਬੀ ਜਿੰਨਾ ਮਿਨੀਮਮ ਹੋ ਸਕੇ 3% ਉਸ ਸਬਸਿਡੀ ਘਟਾਈ ਜਾਵੇ, ਬੈਰੀਅਰ ਰੱਖਿਆ ਹੋਇਆ ਹੈ। ਲੇਕਿਨ ਜਦ ਤੁਸੀਂ ਕਾਰਪੋਰੇਟ ਨੂੰ ਦਿੰਦੇ ਹੋ ਉਹਦਾ ਕੋਈ ਬੈਰੀਅਰ ਰੱਖਿਆ ਹਾਲ ਤੱਕ? ਸਾਰਾ ਬਜਟ ਹੀ ਮੇਰੇ ਖਿਆਲ ਉਹਨਾਂ ਵਾਸਤੇ ਹੁੰਦਾ, ਮੈਜੋਰਿਟੀ ਜਿਹੜਾ ਬਜਟ ਹੁੰਦਾ। ਤੁਹਾਡਾ ਸ਼ਬਦ ਹੈ ਨਾ ਉਹ ਬੜਾ ਪਿਆਰਾ ਲੱਗਾ। ਅਰਜੁਨ ਸ਼ਿਰੋਨ ਜੀ, ਅਨਿਲ ਅੰਬਾਨੀ ਜੀ, ਇਹਨਾਂ ਦੇ ਨਾਮ ਤੋਂ ਤਾਂ ਹੁਣ ਸਾਰੇ ਵਾਕਫ ਨੇ ਨਾ, ਇੱਕ ਤੇ ਯੂਨੀਵਰਸਿਟੀ ਨੇ ਤਾਂ ਮਸ਼ਹੂਰ ਕੀਤਾ। ਅਨਿਲ ਅੰਬਾਨੀ ਜੀ ਦਾ ਝਗੜਾ ਹੋ ਗਿਆ, ਕੋਈ 3 ਚਾਈਨਾ ਦੇ ਬੈਂਕ ਸੀਗੇ, ਉਹਨਾਂ ਨੇ ਲੰਡਨ ਦੀ ਕੋਰਟ 'ਚ ਲਿਖ ਕੇ ਦਿੱਤਾ ਵੀ ਇਸ ਤਰ੍ਹਾਂ ਹੈਗਾ ਜੀ, ਮੈਂ ਤਾਂ ਦਿਵਾਲੀਆ ਹੈਗਾ, ਬੈਂਕਰਪਟ ਆ, ਮੇਰੇ ਕੋਲ ਇੱਕ ਪੈਸਾ ਨਹੀਂ ਹੈਗਾ, ਮੇਰੇ ਕੋਲ ਕੋਈ ਅਸੈਟ ਹੀ ਨਹੀਂ, ਮੈਂ ਕਿੱਥੋਂ ਪੈਸੇ ਦੇ ਦਿਆਂ। ਵੈਸੇ ਕੰਮ ਤੇ ਮੈਨੂੰ ਤੇ ਗੱਲ ਤੇ ਵਧੀਆ ਲੱਗੀ ਸੀ, ਕਿਸੇ ਨੇ ਕੋਈ ਪੈਸੇ ਤਾਂ ਬਣਾਏ ਨਾ ਚਾਈਨੀਜ਼ ਕੋਲੋਂ, ਸਾਨੂੰ ਐਵੇਂ ਲੁੱਟਦੇ ਰਹਿੰਦੇ ਨੇ। ਹੁਣ ਇਹ ਜਿਹੜੇ ਕਾਗਜ਼ ਆਏ ਨੇ ਇੱਥੋਂ ਪਤਾ ਲੱਗਾ ਕਿ ਜਰਸੀ ਦੇ ਵਿੱਚ, ਨਿਊ ਜਰਸੀ ਦਾ ਇੱਕ ਸ਼ਹਿਰ ਹੈ ਜਰਸੀ, ਹਡਸਨ ਰਿਵਰ ਦੇ ਨਾਲ, ਉੱਥੇ ਅਨਿਲ ਅੰਬਾਨੀ ਜੀ ਦੀਆਂ 3 ਕੰਪਨੀਆਂ ਨੇ ਜਿਹੜੀਆਂ 2007-2008 ਵਿੱਚ ਬਣੀਆਂ ਨੇ, ਤੇ ਕੋਰਟ ਨੇ ਉਹਨਾਂ ਨੂੰ ਕਿਹਾ ਸੀ $716 ਮਿਲੀਅਨ ਦਿਓ ਤੁਸੀਂ ਇਹ 3 ਚਾਈਨੀਜ਼ ਬੈਂਕਾਂ ਨੂੰ। ਅੰਬਾਨੀ ਜੀ ਨੇ ਕਿਹਾ ਜੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਗੇ। ਹੁਣ ਪਤਾ ਲੱਗਾ ਕਿ ਇਹਨਾਂ ਵਿੱਚੋਂ 7 ਕੰਪਨੀਆਂ ਨੇ $1.3 ਬਿਲੀਅਨ ਇਨਵੈਸਟ ਕੀਤੇ ਨੇ। ਅਨਿਲ ਅੰਬਾਨੀ ਆਪ 3 ਕੰਪਨੀਆਂ ਦੇ ਮਾਲਕ ਨੇ ਜਰਸੀ ਦੇ ਵਿੱਚ। ਜਿਹੜੇ ਅਨਿਲ ਅੰਬਾਨੀ ਦੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੂੰ ਰਿਸਪੌਂਸ ਦਿੱਤਾ। ਉਹਨਾਂ ਨੇ ਕਿਹਾ ਦੇਖੋ ਹਿੰਦੁਸਤਾਨ ਦੇ ਵਿੱਚ ਉਹ ਟੈਕਸ ਰੈਜ਼ੀਡੈਂਟ ਹੈਗੇ ਨੇ, ਉਹ ਜਿੰਨਾ ਇੱਥੇ ਟੈਕਸ ਹੁੰਦਾ ਉਹਨਾਂ ਉਹ ਕੰਪਲਾਈ ਕਰਦੇ ਨੇ, ਉਹ ਟੈਕਸ ਬਕਾਇਦਾ ਦਿੰਦੇ ਨੇ। ਬਾਕੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕੰਪਨੀਆਂ ਤਾਂ ਬਣਾਈਆਂ ਜਾਂਦੀਆਂ ਨੇ ਕਿਉਂਕਿ ਬਿਜ਼ਨਸ ਵਿੱਚ ਇਹੋ ਜਿਹੀਆਂ ਲੋੜਾਂ ਹੁੰਦੀਆਂ ਨੇ। ਚੰਗਾ ਨਹੀਂ ਲੱਗਦਾ ਸਾਡੇ ਕਿਸੇ ਹਿੰਦੁਸਤਾਨੀ ਭਾਰਤੀ ਨੇ ਹਜਾਮਤ ਕਰ ਦਿੱਤੀ ਹੈ 3 ਚਾਈਨੀਜ਼ ਬੈਂਕਾਂ ਦੀ। ਮੈਂ 2-3 ਚੀਜ਼ਾਂ ਕਲੈਰੀਫਾਈ ਕਰਾਂਗਾ। ਮਤਲਬ ਕੀਤੇ ਦੇਖੋ ਇਹ ਕੰਮ ਕਿੱਦਾਂ ਜਾਂਦੇ ਨੇ। ਨਹੀਂ ਇਸ
ਹਜਾਮਤ ਸਾਡੀ ਹੁੰਦੀ ਜੀ, ਹਜਾਮਤ ਦੇਖੋ, ਸਾਡੀ ਹੁੰਦੀ ਹੈ, ਉੱਥੇ ਦੀ that ਬੈਂਕ is- ਦੇਖੋ ਆਮ ਦੇਖੋ ਜੇ ਦਿਸ ਇਜ਼ ਵਾਟ ਦਵਿੰਦਰ ਸ਼ਰਮਾ ਜੀ ਜੇ ਕਿ ਹਜਾਮਤ, ਇਹ ਨਾ ਸੋਚੋ ਜੇ ਹਜਾਮਤ ਸਾਡੀ ਹੋਈ ਹੈ। ਅਨਿਲ ਅੰਬਾਨੀ ਕਿਸੇ ਚਾਈਨੀਜ਼ ਕੰਪਨੀ ਦੇ ਪੈਸੇ ਨਹੀਂ ਦੇ ਰਹੇ, ਉਹ ਚਾਈਨੀਜ਼ ਕੰਪਨੀ ਦੇ ਉੱਥੇ ਦੇ ਲੋਕਾਂ ਤੋਂ ਪੈਸੇ ਲਿੱਤੇ ਨੇ। ਹਾਂ, ਤੇ ਉੱਥੋਂ ਦੇ ਲੋਕਾਂ ਦੀ ਆਮ ਸਿਟੀਜ਼ਨਸ ਕਿਸੇ ਨਾ ਕਿਸੇ ਦੀ ਹਜਾਮਤ ਹੋ ਗਈ ਹੈ, ਕਿਸੇ ਨਾ ਕਿਸੇ ਦੇ ਆਮ ਸਿਟੀਜ਼ਨ ਦੀ ਜੇਬ ਤੋਂ ਪੈਸਾ ਜਾ ਰਿਹਾ। ਨੰਬਰ 1 ਨੰਬਰ 2 ਮੈਂ ਲਾਸਟ ਸੈਗਮੈਂਟ 'ਚ ਕਿਹਾ ਸੀ ਕਿ 24 ਲੱਖ ਕਰੋੜ ਦਾ ਮੈਂ ਟੋਟਲ ਇਹ ਅਮਾਉਂਟ ਬਣਦੀ ਹੈ ਜਿਹੜੀ ਮਨੀ ਲਾਂਡਰਿੰਗ ਦੇ ਟੈਕਸ ਐਵੇਸ਼ਨ ਤੁਸੀਂ ਵਧਾਈਓ ਨਾ। ਮੈਂ ਨਹੀਂ ਤੇ ਮੇਰਾ ਮੈਥਸ ਬਚਪਨ ਤੋਂ ਹੀ ਥੋੜਾ ਵੀਕ ਹੈ। ਮੈਂ ਹੁਣ ਦੁਬਾਰਾ ਕੈਲਕੂਲੇਟ ਕੀਤਾ 24 ਕਰੋੜ 24 ਕਰੋੜ ਮੈਂ ਸਮਝਦਾ ਵੀ ਨਹੀਂ ਹੈ ਕਿ ਕਿੰਨੇ ਜ਼ੀਰੋ ਹੋਣਗੇ ਸਟੇਜ ਜਿਸ ਤੋਂ ਬਾਅਦ ਰਕਮਾਂ ਦੇ ਮਾਇਨੇ ਖਤਮ ਹੋ ਜਾਂਦੇ ਨੇ। Absolutely. ਉਹ ਸਿਰਫ ਸਾਡੀ ਮੌਤ ਹੁੰਦੀ ਹੈ ਜੀ। ਤੇ ਪੁਆਇੰਟ ਇਹ ਹੈ ਕਿ ਅਨਿਲ ਅੰਬਾਨੀ ਜੋ ਆਪਣੇ ਆਪ ਨੂੰ ਬਹੁਤ ਬੜਾ ਬਿਜ਼ਨਸਮੈਨ ਮੰਨਦਾ ਹੈ ਇਸ ਦੇਸ਼ ਦਾ, ਇਹ ਬਹੁਤ ਕੁਝ ਕਰਦਾ ਹੈ, ਯੂ نو ਇਨ ਪਿਛਲੀ ਸਰ ਯੂ نو ਰਿਲਾਇੰਸ ਗਰੁੱਪ ਏਡੀਏ ਡਿਫੈਂਸ ਦੀ ਰਿਕੁਆਇਰਮੈਂਟ ਤੁਸੀਂ ਦੇਖੋ ਜਿਹੜੇ ਵਿਮਾਨ 'ਚ ਪੂਰੀ ਗੱਲ ਹੋਈ ਸੀ ਫ੍ਰੈਂਚ ਜਿਹੜਾ ਵਿਮਾਨ ਹੈ ਰਾਫੇਲ, ਉਹਦੀ ਸਾਰਾ ਕੰਮ ਆਈ ਥਿੰਕ ਅਨਿਲ ਅੰਬਾਨੀ ਦੇ ਗਰੁੱਪ ਨੂੰ ਹੀ ਪਹਿਲਾਂ ਉਹਦਾ ਕੰਟਰੈਕਟ ਮਿਲਿਆ ਸੀ। ਸੋ ਹੀ ਇਜ਼ ਅ ਵੈਰੀ ਇੰਪੋਰਟੈਂਟ ਲੁੱਕ ਐਟ ਦਿਸ ਗਾਈ BR ਸ਼ੈਟੀ 2000 ਕਰੋੜ ਰੁਪਇਆ ਦੇਣਾ ਬੈਂਕ ਆਫ ਬੜੌਦਾ ਦਾ, 800 ਕਰੋੜ ਰੁਪਇਆ ਦੇਣਾ ਪੰਜਾਬ ਨੈਸ਼ਨਲ ਬੈਂਕ ਦਾ। ਟਰੈਵਲ ਬੈਨ ਲੱਗਾ ਹੋਇਆ। ਕਰਨਾਟਕ ਹਾਈ ਕੋਰਟ ਨੂੰ ਕਦੋਂ ਤੋਂ ਸ਼ੱਕ ਹੈ, ਉਹਨਾਂ ਨੇ ਆਰਡਰ ਕੀਤਾ ਹੋਇਆ ਕਿ ਕਮ ਕਲੀਨ ਸਾਨੂੰ ਇੱਥੇ ਪੂਰੇ ਆਪਣੇ ਅਸਾਸੇ ਦੱਸੋ, ਉਹ ਪਤਾ ਨਹੀਂ ਸੀ ਲੱਗ ਰਹੇ। ਨਾਓ ਲੈਟ ਮੀ ਜਸਟ ਟੈਲ ਦਾ ਪੀਪਲ ਕਿ ਹੁਣ ਇਹ ਜਿਹੜੇ ਨਵੇਂ ਕਾਗਜ਼ ਆਏ ਨੇ ਦੱਥਾ ਕਾਗਜ਼ਾਂ ਦਾ, ਇਹਦੇ ਵਿੱਚੋਂ ਪਤਾ ਲੱਗਾ ਹੈ 2 ਸਾਲ ਪਹਿਲਾਂ ਤੱਕ ਇਹ ਵਨ ਆਫ ਦਾ ਰਿਚੈਸਟ ਇੰਡੀਅਨ ਸੀਗੇ ਫੋਰਬਸ ਦੀ ਲਿਸਟ ਦੇ ਵਿੱਚ ਵੀ। 3.15 ਬਿਲੀਅਨ ਡਾਲਰ, ਜਸਟ ਕਨਵਰਟ 1 ਬਿਲੀਅਨ 750 ਕਰੋੜ 23,625 ਕਰੋੜ ਜੀ। ਮੇਰਾ ਥੋੜਾ ਜਿਹਾ ਮੈਥ ਬੈਠ 23,625 ਕਰੋੜ ਰੁਪਇਆ ਇਹਨਾਂ ਕੋਲ ਸੀ। ਇਹ ਰਿਚੈਸਟ ਇੰਡੀਅਨ ਸੀ 2 ਸਾਲ ਪਹਿਲਾਂ ਤੱਕ। ਰੋਲਸ ਰॉयसेस ਨੇ ਇਹਨਾਂ ਦੇ ਕੋਲ, ਪ੍ਰਾਈਵੇਟ ਜੈਟਸ ਨੇ, ਸਮੁੰਦਰੀ ਜਹਾਜ਼ ਨੇ, ਇਹ ਸਾਰੇ ਨਿਕਲ ਆਏ ਨੇ ਕਿਉਂਕਿ ਫਲੈਗਸ਼ਿਪ ਕੰਪਨੀ ਹੈਗੀ ਹੈ ਟਰੈਵਲੈਕਸ ਹੋਲਡਿੰਗਸ, ਜਿਹੜੀ ਇਹਨਾਂ ਨੇ ਬ੍ਰਿਟਿਸ਼ ਵਰਜਨ ਆਈਲੈਂਡਸ ਦੇ ਵਿੱਚ, ਇੱਕ ਇਹ ਵੀ ਨਵਾਂ ਸਵਿਟਜ਼ਰਲੈਂਡ ਹੈ ਨਾ, ਬ੍ਰਿਟਿਸ਼ ਵਰਜਨ ਆਈਲੈਂਡਸ ਵੀ, ਇਹ ਸਵਿਟਜ਼ਰਲੈਂਡ ਸੇ ਜ਼ਿਆਦਾ ਉਸ ਤੋਂ ਜ਼ਿਆਦਾ ਖਤਰਨਾਕ ਹੈ। ਹੁਣ ਤਾਂ BVI ਦੇ ਵਿੱਚ ਬਹੁਤ ਸਾਰੇ ਨੇ, ਬਹੁਤ ਸਾਰੀਆਂ ਕੰਪਨੀਆਂ ਦੇ ਉਹਦੇ ਚੋਂ ਨਿਕਲੇ ਨੇ। ਨਹੀਂ ਮੈਂ ਤੁਹਾਨੂੰ ਰੋਕ ਰਿਹਾ। 81 ਸੈਪਰੇਟ ਕੰਪਨੀਆਂ ਇਹਨਾਂ ਦੀਆਂ ਨਿਕਲੀਆਂ ਨੇ ਸਵਿਟਜ਼ਰਲੈਂਡ ਚ, ਪਨਾਮਾ, ਬ੍ਰਾਜ਼ੀਲ, ਚਾਈਨਾ, ਜਾਪਾਨ, ਅਮਰੀਕਾ, ਇੰਗਲੈਂਡ ਦੇ ਵਿੱਚ। ਮੈਂ ਸਿਰਫ ਇਹ ਕਹਿਦਾ ਔਰ 300 ਤੋਂ ਉੱਤੇ ਬੈਂਕ ਆਫ ਬੜੌਦਾ ਤੇ ਪੰਜਾਬ ਨੈਸ਼ਨਲ ਬੈਂਕ ਦੇ ਕਰਜ਼ੇ 300 ਤੋਂ ਉੱਤੇ ਇਦਾਂ ਦੀ ਪਰਸਨੈਲਿਟੀਜ਼ ਨੇ, ਪਬਲਿਕ ਪਰਸਨੈਲਿਟੀਜ਼, ਸਪੋਰਟਸ ਪਰਸਨ, ਸੈਲੀਬ੍ਰਿਟੀਜ਼, ਬਿਜ਼ਨਸਮੈਨ ਜਿਹੜੇ ਇਸ ਰਿਪੋਰਟ ਚ ਆਏ ਨੇ। ਸਚਿਨ ਤੇਂਦੁਲਕਰ ਦਾ ਨਿਕਲੇ ਨੇ ਫਲੈਟ ਇਹਦੇ ਵਿੱਚੋਂ, ਹਰੀਸ਼ ਸਾਲਵੇ, ਪਰ ਇਹ ਦੇਖੋ ਹਰੀਸ਼ ਸਾਲਵੇ ਹਿੰਦੁਸਤਾਨ ਦੇ ਸੋਲਿਸਿਟਰ ਜਨਰਲ ਰਹੇ ਨੇ। ਇਹਨਾਂ ਦਾ ਕੰਮ ਹੈ ਸਭ ਨੂੰ ਸਿੱਧੇ ਰਸਤੇ ਰੱਖਣਾ। ਹੁਣ ਉਹਨਾਂ ਦਾ ਪਤਾ ਲੱਗਾ ਲੰਡਨ 'ਚ ਫਲੈਟ ਕਿੱਦਾਂ ਆਇਆ ਹੈ, ਉਹ ਕਹਿੰਦੇ ਨੇ ਮੈਂ ਤੇ NRI ਸੀਗਾ, ਮੈਂ ਲੈ ਲਿਆ ਉੱਥੇ। ਮੈਨੂੰ ਇਹ ਨਹੀਂ ਪਤਾ ਜਦੋਂ ਸੋਲਿਸਿਟਰ ਜਨਰਲ ਸੀਗਾ ਕੋਈ NRI ਸਾਡਾ ਸੋਲਿਸਿਟਰ ਜਨਰਲ ਸੀਗਾ ਕਿ ਤੋਂ ਸਾਡਾ ਨਹੀਂ। SPG ਵਕੀਲ ਹੋਣ ਦੇ ਨਾਤੇ ਨਾ ਮੈਂ ਸਮਝਦਾ ਇੱਕ ਨਾ ਆਰਗੂਮੈਂਟ ਕੀਤੀ ਜਾਂਦੀ ਕਿ ਜਿਹੜੇ ਸਾਰੇ ਇਹ ਸਾਰੀ ਜਿਹੜੀ ਪ੍ਰੋਸੈਸ ਹੈ ਇਹ ਟੈਕਸ ਇਵੇਸ਼ਨ ਨਹੀਂ, ਟੈਕਸ ਦੀ ਚੋਰੀ ਨਹੀਂ ਹੈ, ਅਸੀਂ ਸਿਰਫ ਟੈਕਸ ਬਚਾ ਰਹੇ ਹਾਂ। ਵਾਹ, ਟੈਕਸ ਅਵੋਇਡੈਂਸ ਕਹਿੰਦੇ ਨੇ। ਤੇ ਇੰਡੀਅਨ ਲਾਅ, ਅਮਰੀਕਨ ਲਾਅ, UK ਲਾਅ ਕਹਿੰਦਾ ਹਾਂਜੀ ਤੁਸੀਂ ਟੈਕਸ ਬਚਾ ਸਕਦੇ ਹੋ। ਪ੍ਰੋਬਲਮ ਕਿਆ ਹੈ ਕਿ ਇਹ ਸਾਰੀ ਜਿਹੜੇ ਦੇਸ਼ ਨੇ, ਭਾਵੇਂ ਮੌਰੀਸ਼ੀਅਸ ਹੋ, ਬਲੀਜ਼ ਹੋ, ਬਾਕੀ ਦੇਸ਼ ਨੇ, ਇਹਨਾਂ ਦੇ ਕਾਨੂੰਨ ਪ੍ਰੋਪਰਲੀ ਲੀਗਲ ਨੇ, ਰਾਈਟ। ਉਹਨਾਂ ਤੇ ਕੋਈ UN ਕੋਈ ਕੁਝ ਕਹਿ ਨਹੀਂ ਸਕਦਾ। ਤੁਸੀਂ ਜਾ ਕੇ ਕੋਈ ਵੀ ਜਾ ਕੇ ਉੱਥੇ ਕੰਪਨੀ ਖੋਲ ਸਕਦਾ ਹੈ ਤੇ ਮੈਨੀ ਆਫ ਥੀਸ ਆਰ ਲੈਜਿਟਿਮੇਟ ਟ੍ਰਾਂਜੈਕਸ਼ਨ। ਤੇ ਤੁਸੀਂ ਕਰੋਗੇ ਕੀ? ਇਹਨੂੰ ਮੈਨੂੰ ਜ਼ਰਾ ਥੋੜਾ ਜਿਹਾ ਡੀਕੋਡ ਕਰ ਦਿਓ। ਇਹ ਜਿਹੜਾ ਨਾ ਇਹ ਇਲੀਗਲ ਨਹੀਂ ਹੈ ਜੀ, ਸਿਰਫ ਅਨੈਤਿਕ ਹੈ। ਹੁਣ ਮੇਰੇ ਤੇ ਨੈਤਿਕ ਹੋਣ ਦਾ ਬੋਝ ਨਾ ਪਾਓ, ਮੈਂ ਕਾਨੂੰਨ ਦਾ ਫੋਲੋ ਕਰ ਰਿਹਾ ਨਾ, ਤੁਸੀਂ ਕਾਨੂੰਨ ਦਾ ਬੋਝ ਪਾ ਸਕਦੇ ਹੋ ਮੈਨੂੰ। ਪੁਲਿਸ ਇਸ ਲਈ ਥੋੜੀ ਫੜ ਸਕਦੀ ਹੈ ਕਿ ਤੇਰੇ ਖਿਆਲਾਤ ਅੱਛੇ ਨਹੀਂ ਹੈ, ਉਹ ਇਸ ਲਈ ਫੜ ਸਕਦੀ ਹੈ ਤੂੰ ਟੈਕਸ ਦੀ ਚੋਰੀ ਕੀਤੀ। ਉਹ ਕਹਿੰਦਾ ਮੈਂ ਟੈਕਸ ਬਚਾ ਲਿਆ। ਇਹ ਪਹਿਲਾਂ ਤੁਸੀਂ ਸਾਨੂੰ ਸਮਝਾਉਂਦੇ ਸੀ ਕਿ ਇਹ ਇਨਸੈਂਟਿਵ ਜਿਹੜੇ ਆ ਇਹ ਤਾਂ ਮਿਲਦੇ ਆ ਧਨਵਾਨਾਂ ਨੂੰ, ਧਨ ਕੁਬੇਰਾਂ ਨੂੰ, ਤੇ ਕਿਸਾਨਾਂ ਨੂੰ ਸਬਸਿਡੀ ਮਿਲਦੀ ਹੈ। ਇਹ ਭਾਸ਼ਾ ਦੇ ਇਹਨਾਂ ਬਰੀਕ ਜੇ ਫਰਕਾਂ ਦੇ ਵਿੱਚ ਸਾਡੇ ਲੱਖਾਂ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਨੇ। ਸਰ ਇਹੀ ਤਾਂ ਮੈਂ ਤੁਹਾਨੂੰ ਪਹਿਲੇ ਸ਼ੁਰੂਆਤ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਇੱਕ ਨੈਰੇਟਿਵ ਨੂੰ ਸਮਝੀਏ ਅਸੀਂ, ਜਿਹੜਾ ਇੱਕ ਆਮ ਧਾਰਨਾ ਬਣਾਈ ਜਾਂਦੀ ਹੈਗੀ ਹੈ, ਉਹ ਧਾਰਨਾ ਜਦ ਤੱਕ ਅਸੀਂ ਨਹੀਂ ਸਮਝਾਂਗੇ ਸਾਨੂੰ ਸਮਝ ਨਹੀਂ ਆਉਂਦਾ ਕਿ ਇਹ ਰੈਕਟ ਜਾਂ ਸਕੈਂਡਲ ਜਾਂ ਲੂਟ ਕਹਾਂ ਉਹਨੂੰ ਕੋਈ ਗਲਤੀ ਨਹੀਂ ਹੋਏਗੀ, ਇਹ ਕਿਸ ਤਰ੍ਹਾਂ ਆਪਰੇਟ ਕਰਦੀ ਹੈ। ਬਿਲਕੁਲ ਇਹ ਲੂਟ ਹੈਗੀ ਆ, ਔਰ ਇਹ ਲੂਟ ਨੂੰ ਸਾਰਾ ਸਿਸਟਮ ਸਪੋਰਟ ਕਰਦਾ ਹੈ। ਇੰਟਰਸਟਿੰਗ ਗੱਲ ਹੈ ਹੁਣ ਜੋ ਤੁਸੀਂ ਕਿਹਾ ਨਾ ਕਿ ਵੀ ਉੱਥੇ ਕਿਹਾ ਜਾਂਦਾ ਕਿ ਵੀ ਇਹ ਤਾਂ ਲੈਜਿਟੀਮੇਟ ਰੂਟ ਹੈਗਾ। ਹਾਂਜੀ, ਜਦ ਤੁਸੀਂ ਔਰ ਮੈਂ ਆਪਣਾ ਛੋਟਾ ਜਿਹਾ ਥੋੜਾ ਜਿਹਾ ਪੈਸਾ ਵੀ ਕਿਤੇ ਬੈਂਕ 'ਚ ਰੱਖਣਾ ਹੁੰਦਾ ਹੈ ਤਾਂ ਆਧਾਰ ਕਾਰਡ ਤੋਂ ਲਿੰਕ ਤੁਹਾਡਾ ਪੈਨ ਕਾਰਡ ਹੋਏ, ਹਾਂਜੀ ਤੁਹਾਨੂੰ ਪੂਰਾ ਸਾਰਾ ਕੁਝ ਲਿੰਕ ਕਰਤਾ ਹੈ, ਲੱਗਦਾ ਹੈ ਫਿਰ ਵੀ ਡਰੇ ਰਹੀਦਾ। ਹਾਂਜੀ, ਮੈਨੂੰ ਸਮਝ ਪੁਰਾਣਾ ਨੋਟ ਨਾ ਲੱਭ ਜੇ 1000 ਤੋਂ ਕੋਈ ਸਾਨੂੰ ਫੜ ਤੇ ਨਹੀਂ ਲਏਗਾ। ਮੈਂ ਤਾਂ ਦੋਸਤਾਂ ਨੂੰ ਪੁੱਛਿਆ ਯਾਰ ਇਹ ਕ੍ਰਿਮੀਨਲਿਟੀ ਤੇ ਨਹੀਂ ਹੈਗੀ, ਇੱਕ ਕਿਤੇ ਪਿਆ ਰਹਿ ਗਿਆ ਸੀ ਕਿਤਾਬ ਵਿੱਚ,
ਬਿਲਕੁਲ ਕ੍ਰਿਮੀਨਲ ਹੈ ਅਕੋਰਡਿੰਗ ਟੂ ਦੀ ਲਾਅ। My ਤਾਂ God. ਗੱਲ ਸਾਰੀ ਇਹ ਹੈਗੀ ਕਿ ਭਈ ਅਗਰ ਅਸੀਂ ਸਾਡੇ ਵਾਸਤੇ ਆਮ ਆਦਮੀ ਵਾਸਤੇ ਇੰਨਾ ਟਾਈਟ ਰੈਗੂਲੇਸ਼ਨਸ ਹੈਗੀਆਂ ਜਾਂ ਜਿਹੜਾ ਵੀ ਸਿਸਟਮ ਬਣਾਇਆ ਗਿਆ ਹੈਗਾ ਇਹਨਾਂ ਲਈ ਔਰ ਦੇਖੋ। ਇਹਨਾਂ ਵਾਸਤੇ ਸਾਰਾ ਔਰ ਸਭ ਉਹਨੂੰ ਆਮ ਆਦਮੀ ਵੀ ਤੁਸੀਂ ਅਗਰ ਅੱਜ ਗੱਲ ਕਰੋਗੇ ਨਾ ਸੜਕਾਂ ਤੇ ਹੀ ਇਜ਼ ਨਾਟ ਇੰਟਰਸਟਿਡ। ਉਹ ਕਹਿੰਦਾ ਯਾਰ ਇਹ ਤਾਂ ਅਮੀਰ ਆਦਮੀ ਹੈ, ਇਹ ਤਾਂ ਹੋਣਾ ਇਹਨਾਂ ਚਾਹੀਦਾ ਦਾ ਚੌਂਚ ਲਿਆ, ਇਹਨਾਂ ਨੇ ਤਾਂ ਕਰਨਾ ਹੀ ਹੈ, ਕਰਨਾ ਹੀ ਕਰਨਾ। ਪਰ ਇਹ ਸਾਡਾ ਪੈਸਾ ਹੈ। ਤੁਸੀਂ ਇਹ ਵੀ ਦੇਖੋ ਕਿ ਮੈਂ ਤੁਹਾਡੀ ਦਾਤ ਦੇਣਾ ਕਿ ਤੁਸੀਂ ਇੱਕ ਇਸ ਗੱਲ ਤੇ ਡਿਬੇਟ ਜਾਂ ਡਿਸਕਸ਼ਨ ਕਰ ਰਹੇ ਹੋਗੇ। ਇੱਕ ਟੈਲੀਵਿਜ਼ਨ ਸ਼ੋਅ ਨੇ ਨਹੀਂ ਹਿੰਦੁਸਤਾਨ 'ਚ ਕਿਤੇ ਚਰਚਾ ਕੀਤੀ ਹੈ। ਹਾਂਜੀ, ਕਿਤੇ ਇਸ ਗੱਲ ਅੱਖਾਂ ਅੱਡੀਆਂ ਰਹਿ ਗਈਆਂ ਨੇ। ਮੈਂ ਤਾਂ ਜਦੋਂ ਰਕਮਾਂ ਦੇਖਦਾ, ਕਿਉਂਕਿ ਇਵੈਂਚੁਅਲੀ ਜਿਹੜੀ ਅਰਜੁਨ ਨੇ ਗੱਲ ਕੀਤੀ ਟੈਕਸੇਸ਼ਨ ਦੀ, ਜਿਹੜੇ ਲੋਕਾਂ ਨੇ ਕੱਢ ਕੇ ਲਿਆਂਦੇ ਨੇ ਉਹਨਾਂ ਨੇ ਜਿਹੜਾ ਆਪਣਾ ਇਹਦਾ ਜਵਾਬ ਦਿੱਤਾ ਹੈ, ਜਿਹੜੀ ਇਹਦੀ ਐਕਸਪਲੇਨੇਸ਼ਨ ਦਿੱਤੀ, ਉਹ ਕਹਿੰਦੇ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਇਹ ਸਾਰੇ ਟੈਕਸ ਡਾਲਰ ਨੇ ਜਿਹੜੇ ਮਿਸ ਹੋ ਗਏ ਨੇ, ਜਿਹੜੇ ਟੈਕਸੇਸ਼ਨ ਦੇ ਵਿੱਚ ਨਹੀਂ ਆਏ, ਜਿਹੜੇ ਲੋਕਾਂ ਦਾ ਪੈਸਾ ਨਹੀਂ ਆਇਆ। ਇਹਦੇ ਨਾਲ ਸਕੂਲ ਬਣਨੇ ਸੀ, ਡਿਸਪੈਂਸਰੀਆਂ ਖੁੱਲ੍ਹਣੀਆਂ ਸੀ, ਕੋਵਿਡ ਦਾ ਇਲਾਜ ਹੋਣੇ ਸੀ, ਤੇ ਇਸੇ ਚੱਕਰ ਦੇ ਵਿੱਚ ਮੇਰੇ ਲਈ ਤਾਂ ਇਹ ਮੌਤ ਹੈ, ਇਹ ਸਾਡੀ ਮੌਤ ਦੇ ਫਰਮਾਨ ਨੇ। ਇਹ ਤੇ ਅਸੀਂ ਬਹਿਸ ਜਾਰੀ ਰੱਖਾਂਗੇ ਇਸ ਤੋਂ ਬਾਅਦ। ਤੇ ਧਮਾਕੇਦਾਰ ਤੇ ਹੋਰ ਵੀ ਖਬਰਾਂ ਬਹੁਤ ਨੇ ਦੋਸਤੋ। ਇਹਦਾ ਨਾਮ ਹੀ ਪੰਡੋਰਾ ਬਾਕਸ ਹੈ। ਤੇ ਬਸ ਇਹ ਵੀ ਗੱਲ ਕਰ ਲਈ ਕਿ ਪੰਡੋਰਾ ਬਾਕਸ ਹੈ ਕੀ ਬਲਾ ਸੀ। ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਪੰਡੋਰਾ ਪੇਪਰਸ ਬਾਰੇ। ਪੰਡੋਰਾ ਕੀ ਬਲਾ ਹੁੰਦੀ ਵੀ ਮੈਂ ਦੱਸ ਦਿਆਂ। ਗ੍ਰੀਕ ਮਾਈਥੋਲੋਜੀ ਦੇ ਵਿੱਚ ਇੱਕ ਉਹਨਾਂ ਦਾ ਹੀਰੋ ਹੈ, ਗੋਡ ਆਫ ਗੋਡਸ, ਪ੍ਰੋਮੀਥੀਅਸ। ਤੇ ਪ੍ਰੋਮੀਥੀਅਸ ਨੇ ਅੱਗ ਚੋਰੀ ਕਰ ਲਈ ਸੀ ਸਵਰਗ ਵਿੱਚੋਂ, ਤੇ ਜਿਹੜਾ ਉਹਨਾਂ ਦੇ ਦੇਵਤਿਆਂ ਦਾ ਰਾਜਾ ਸੀ ਜ਼ੀਅਸ, ਉਸ ਨੇ ਬਦਲਾ ਲੈਣ ਲਈ ਪ੍ਰੋਮੀਥੀਅਸ ਦੇ ਬ੍ਰਦਰ ਨੂੰ, ਸ਼ਾਇਦ ਮੈਨੂੰ ਹੋ ਸਕਦਾ ਨਾਮ ਗਲਤ ਯਾਦ ਰਵੇ, ਐਪੀਮੀਥਸ ਜਾਂ ਸਮਥਿੰਗ, ਉਸ ਨੂੰ ਪੰਡੋਰਾ ਗਿਫਟ ਵਜੋਂ ਦੇ ਦਿੱਤੀ ਇੱਕ ਔਰਤ। ਤੇ ਪੰਡੋਰਾ ਨੇ ਆ ਕੇ ਇੱਕ ਇਹੋ ਜਿਹਾ ਬਕਸਾ, ਜਾਰ ਖੋਲ ਦਿੱਤਾ ਜਿਸ ਵਿੱਚ ਦੇਵਤਿਆਂ ਨੇ ਸਾਰੀਆਂ ਬੁਰੀਆਂ ਚੀਜ਼ਾਂ, ਮੌਤ, ਬਿਮਾਰੀ, ਨਫ਼ਰਤ ਸਭ ਵਿੱਚ ਭਰ ਰੱਖੀਆਂ ਸੀ। ਤੇ ਉਹਦੇ ਤੋਂ ਬਕਸਾ ਖੁੱਲ ਗਿਆ ਤੇ ਸਾਡੀ ਦੁਨੀਆ ਵਿੱਚ ਇੱਥੋਂ ਮੌਤ, ਬਿਮਾਰੀਆਂ ਆ ਗਈਆਂ। ਇਹ ਤਾਂ ਹੈਗੀ ਗ੍ਰੀਕ ਮੈਥੋਲੋਜੀ। ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਕੋਲ ਪੰਡੋਰਾ ਪੇਪਰਸ ਆ ਗਏ ਸੀ ਕਿ ਨਹੀਂ, ਪਰ ਮੈਨੂੰ ਲੱਗਦਾ ਹੈ ਪੰਡੋਰਾ ਬਾਕਸ ਹੀ ਹੈ। ਨਾਮ ਠੀਕ ਰੱਖਿਆ ਪੱਤਰਕਾਰਾਂ ਨੇ ਦਾ ਕੋਡ ਨੇਮ। ਇਹ ਸਾਡੀ ਦੁਨੀਆ ਵਿੱਚ ਮੌਤ, ਬਿਮਾਰੀਆਂ ਕਿੱਥੋਂ ਆਉਂਦੀਆਂ ਨੇ? ਇਹ ਉਹਨਾਂ ਰਿਸੋਰਸਿਸ ਦੀ ਘਾਟ ਵਿੱਚੋਂ ਉਪਜਦੀਆਂ ਨੇ ਜਿਹੜੇ ਦਰਅਸਲ ਇੱਥੇ ਇਹ ਲਹੂ ਪੀਨੇ ਧਨ ਕੁਬੇਰਾ ਨੇ ਲੁਕਾ ਕੇ ਰੱਖੇ ਹੋਏ ਸੀ ਤੇ ਜਿਹਦੇ ਬਾਰੇ ਇੰਕਸ਼ਾਫ ਹੋਏ ਨੇ। ਦਵਿੰਦਰ ਸ਼ਰਮਾ ਜੀ, ਕੋਈ ਗਲਤ ਐਕਸਪਲੇਨੇਸ਼ਨ ਤੇ ਨਹੀਂ ਹੋਗੀ। ਇਹ ਦਿਸ ਇਜ਼ ਵਾਟ ਪੰਡੋਰਾਸ ਬਾਕਸ ਵਾਸ। ਦਿਸ ਇਹੀ ਸਭ ਹੋ ਰਿਹਾ ਸੀ। ਹੁਣ ਤੁਸੀਂ ਇਹ ਦੱਸੋ, ਇਹ ਇੱਕ ਇਹਦੇ ਵਿੱਚ ਨਾ ਕੇਸ ਆ ਰਿਹਾ, ਮੈਂ ਦੇਖ ਰਿਹਾ ਸੀ ਕਿਸਾਨਾਂ ਨਾਲ ਕਿਸ ਤਰ੍ਹਾਂ ਤਾਲੁਕ ਹੈ। ਡੋਮਿਨਿਕਨ ਰਿਪਬਲਿਕ ਕੈਰੇਬੀਅਨ ਦੀ ਹੈ ਜਿਹਦੇ ਨਾਲ ਜਿਹੜੀ ਲੱਗਦੀ ਹੈ। ਇੱਥੋਂ ਦੇ ਕਿਸਾਨ ਸ਼ੂਗਰ ਪ੍ਰੋਡਿਊਸਰ ਨੇ, ਉਹਨਾਂ ਦੀਆਂ ਜਿਹੜੇ ਪੈਸੇ, ਜਿਵੇਂ ਸਾਡੇ ਇੱਥੇ ਗੰਨੇ ਦੇ ਏਰੀਆ ਵਾਲੇ ਕਿਸਾਨਾਂ ਦੇ ਲਾਠੀਆਂ ਪੈਂਦੀਆਂ ਨੇ, ਉਹ ਵਿਚਾਰੇ ਵੀ ਇਦਾਂ ਬੜੀਆਂ ਲਾਠੀਆਂ ਖਾਂਦੇ ਨੇ। ਤੇ ਉੱਥੇ ਹਿਊਮਨ ਰਾਈਟਸ ਦੇ ਤੇ ਲੇਬਰ ਅਬਿਊਜ਼ਸ ਦੇ ਬਹੁਤ ਸਾਰੇ ਇਸ਼ੂਜ਼ ਨੇ। ਪਿੱਛੇ ਜੇ ਕਿਸਾਨਾਂ ਦੇ ਘਰ ਬੁਲਡੋਜ਼ਰ ਲਾ ਕੇ ਉੱਥੇ ਢਾਏ ਗਏ ਨੇ। ਹੁਣ ਪਤਾ ਲੱਗਾ ਕਿ ਜਿਹੜੇ ਫਾਰਮਰ ਵਾਈਸ ਪ੍ਰੈਜ਼ੀਡੈਂਟ ਸੀ, ਜਿਨ੍ਹਾਂ ਨੇ ਉੱਥੇ ਕਰਪਸ਼ਨ ਦੇ ਖਿਲਾਫ ਬੜਾ ਜ਼ਬਰਦਸਤ ਅਭਿਆਨ ਚਲਾ ਰੱਖਿਆ ਸੀ, ਉਹਨਾਂ ਦੇ ਸਾਊਥ ਡੈਕੋਟਾ ਦੇ ਵਿੱਚ, ਜਿੱਥੇ ਤੁਸੀਂ ਗੱਲ ਕੀਤੀ ਅਮਰੀਕਾ ਦੇ ਵਿੱਚ, ਉਹਨਾਂ ਦੀ ਪਰਸਨਲ ਵੈਲਥ ਇੰਨੀ ਵੱਡੀ ਵੈਲਥ ਨਿਕਲੀ ਹੈ। ਸੋ ਇਹ ਕੋਈ ਹੈ ਨਹੀਂ ਹੈ ਕਿ ਕਿਸਾਨਾਂ ਦੇ ਨਾਲ ਤਾਲੁਕ ਨਹੀਂ ਹੈ। ਵੈਲਥ ਉਹਨਾਂ ਦੀ ਹੋਈ ਹੈ, ਨਾ ਕੋਈ ਕਾਲੇ ਗੋਰੇ ਦਾ। ਰੋਬਰਟ ਐਫ ਸਮਿਥ ਹੈਗੇ ਨੇ, ਇਹ ਅਮਰੀਕਾ ਦੇ ਵਿੱਚ ਸਭ ਤੋਂ ਅਮੀਰ ਸਿਆਹ ਫਾਰਮ ਅਫਰੀਕਨ ਅਮਰੀਕਨ ਓਰੀਜਨ ਦੇ ਸੱਜਣ ਨੇ। ਤੇ ਇਹਨਾਂ ਨੇ ਪਿਛਲੇ ਸਾਲ ਇਹਨਾਂ ਦੇ ਉੱਤੇ ਫਾਈਨ ਪਿਆ ਸੀ $139 ਮਿਲੀਅਨ ਦਾ। ਤੇ ਹੁਣ ਹੋਰ ਇਹਨਾਂ ਦੇ ਨਵੇਂ ਖਦਸ਼ੇ ਆ ਗਏ ਨੇ। ਤੇ ਹੋਰ ਦੇਖੋ ਕਿਸਾਨ ਦੇ ਨਾਲ ਕੀ ਲਿੰਕ ਹੈਗਾ, ਕਿਸਾਨ ਦੇ ਨਾਲ ਕੀ ਲਿੰਕ ਹੈਗਾ। ਮੈਨੂੰ ਲੱਗਦਾ ਕਿ ਇਹ ਬੜਾ ਇੰਟਰਸਟਿੰਗ ਇਹ ਤੁਸੀਂ ਸਵਾਲ ਰੱਖਿਆ ਹੈਗਾ। ਇਸ ਕਰਕੇ ਇੰਟਰਸਟਿੰਗ ਹੈਗਾ ਕਿ ਜੋ ਪਹਿਲੇ ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਨਾ ਕਿ ਵੀ ਆਰ ਸਕਿੰਗ ਇਨਕਮ ਫਰਮ ਦੀ ਬਾਟਮ ਟੂ ਦੀ ਟਾਪ। ਮੈਂ ਤੁਹਾਨੂੰ 2-3 ਐਗਜ਼ਾਮਪਲ ਦੇਣਾ ਚਾਹੁੰਦਾ ਜਿਹੜਾ ਆਮ ਜਨਤਾ ਨੂੰ ਬੜੇ ਕਲੀਅਰਲੀ ਸਮਝ ਆਉਣਗੇ ਕਿ ਕਿਸ ਤਰ੍ਹਾਂ ਇਹ ਪੈਸਾ ਨਿਕਲ ਕੇ ਕਿਸ ਤਰਫ ਜਾਂਦਾ ਹੈਗਾ। ਚਾਕਲੇਟ ਤਾਂ ਅਸੀਂ ਸਾਰੇ ਖਾਂਦੇ ਹਾਂ, ਬੜੇ ਸ਼ੌਕ ਨਾਲ ਅਸੀਂ ਡਿਸਟ੍ਰੀਬਿਊਟ ਵੀ ਕਰਦੇ ਹੈਗੇ। ਚਾਕਲੇਟ ਜਿਹੜੀ ਐਵਰੇਜ ਚਾਕਲੇਟ ਤੁਸੀਂ ਲਓ, ਅੱਛਾ ਜਿਹੜੀ ਬਾਰ ਹੈ ਉਹ $100 ਤੋਂ ਉੱਪਰ ਹੁੰਦੀ ਹੈ। ਬਿਲਕੁਲ ਦੁਨੀਆ ਵਿੱਚ ਅਗਰ ਅਸੀਂ ਦੇਖੀਏ ਤਾਂ ਚਾਕਲੇਟ ਦਾ ਵਪਾਰ ਜਿਹੜਾ ਹੈਗਾ ਉਹ ਤਕਰੀਬਨ $210 ਬਿਲੀਅਨ ਦਾ ਹੈ। ਠੀਕ ਹੈ, ਲੇਕਿਨ ਜਿਹੜੇ ਉਹਨਾਂ ਕੋਲ ਤਕਰੀਬਨ ਜਿਹੜੇ ਪ੍ਰੋਡਿਊਸਰ ਹੈਗੇ ਚਾਕਲੇਟ ਦੇ ਅਫਰੀਕਾ ਵਿੱਚ, ਲੈਟਿਨ ਅਮਰੀਕਾ ਵਿੱਚ, ਇੱਕ ਰਿਪੋਰਟ ਆਈ ਹੈ ਕੋਕੋਆ ਬੈਰੋਮੀਟਰ 2020, ਉਹ ਕਹਿੰਦੀ ਹੈ ਕਿ ਉਹ ਪ੍ਰੋਡਿਊਸਰ ਜਿਹੜੇ ਹੈਗੇ ਉਹਨਾਂ 'ਚ ਮੈਜੋਰਿਟੀ ਜਿਹੜੇ ਫਾਰਮਰਸ ਹੈਗੇ ਹੈ, ਉਹਨਾਂ ਨੂੰ ਜਿਹੜੀ ਡੇਲੀ ਇਨਕਮ ਮਿਲਦੀ ਹੈਗੀ ਹੈ ਉਹ ਉਸ $100 ਜਿਹੜਾ ਤੁਸੀਂ ਇੱਕ ਚਾਕਲੇਟ ਬਾਰ ਤੇ ਖਰਚਦੇ ਹੋ ਉਹਦੇ ਬਰਾਬਰ ਹੈ।
ਤੁਸੀਂ ਇਮੇਜਿਨ ਕਰੋ ਕਿ ਜਿਹੜਾ ਕਿਸਾਨ ਪੈਦਾ ਕਰਦਾ ਕੋਕੋਆ ਬੀਨਸ ਉਹ 100 ਰੁਪਏ ਵਿੱਚ ਦਿਹਾੜੀ ਵਿੱਚ ਜੀ ਰਿਹਾ ਹੈਗਾ, ਔਰ ਜਿਹੜੀ ਕੰਪਨੀਆਂ ਹੈਗੀਆਂ ਉਹ 210 ਬਿਲੀਅਨ ਡਾਲਰ ਦੀ ਇੰਡਸਟਰੀ ਹੈ। ਇੱਕ ਮੈਂ ਉਹਨਾਂ ਐਗਜ਼ਾਮਪਲ ਕਿਸਾਨਾਂ ਦਾ ਖੂਨ ਪੀ ਰਿਹਾ ਬੇਸਿਕਲੀ, ਜਿਸ ਵੇਲੇ ਮੈਂ ਚਾਕਲੇਟ ਕੰਜ਼ਿਊਮ ਕਰ ਰਿਹਾ। ਦੈਟ ਇਜ਼ ਦਾ ਟਰੂਥ ਜੀ। ਦੂਜੀ ਗੱਲ ਤੁਸੀਂ ਕਾਫੀ ਦੇਖੋ, ਜਦ ਆਪਾਂ ਕਾਫੀ ਸਵੇਰੇ ਕੱਪ ਇੱਕ ਪੀਂਦੇ ਆ ਤਾਂ ਸਾਨੂੰ ਤਾਂ ਲੱਗਦਾ ਕਿ ਸਾਰਾ ਦਿਨ ਸਾਡਾ ਅੱਜ ਬੜਾ ਅੱਛਾ ਗੁਜ਼ਰੇਗਾ। ਕਾਫੀ ਦੇ ਜਿਹੜੇ ਗਰੋਅਰਸ ਹੈਗੇ ਹੈ ਜਾਂ ਜਿਹੜਾ ਕਾਫੀ ਦਾ ਵਪਾਰ ਹੈ ਉਹ ਵੀ 200 ਬਿਲੀਅਨ ਡਾਲਰ ਦੇ ਆਸ-ਪਾਸ ਹੈ, ਜਿਹਦੇ ਵਿੱਚ ਜਿਹੜਾ ਕਮੋਡਿਟੀ ਟ੍ਰੇਡਿੰਗ ਵੀ ਹੁੰਦੀ ਹੈ, ਸਭ ਕੁਝ ਹੁੰਦਾ ਹੈ। ਅਸੀਂ ਮੰਨਦੇ ਹਾਂ ਕਿ ਦੈਟ ਇਜ਼ ਦੀ ਮਾਰਕੀਟ ਆਪਰੇਟ ਕਰਨੀ ਚਾਹੀਦੀ ਹੈ, ਫ੍ਰੀ ਮਾਰਕੀਟ ਜਿਹੜਾ ਹੈਗਾ ਦੇ ਵਿਲ ਗਿਵ ਦੀ ਫਾਰਮਰਸ ਬੈਟਰ ਪ੍ਰਾਈਸ। ਠੀਕ ਹੈ, ਇਹ ਸਾਨੂੰ ਜਿਹੜਾ ਨੈਰੇਟਿਵ ਬਣਾਇਆ ਜਾਂਦਾ ਜਿਹਦੇ ਖਿਲਾਫ ਕਿਸਾਨ ਲੜ ਰਹੇ ਹੈਗੇ ਅੱਜ ਪੰਜਾਬ ਹਰਿਆਣਾ ਜਾਂ ਸਾਰੇ ਦੇਸ਼ ਦੇ ਕਿਸਾਨ ਲੜ ਰਹੇ ਹੈਗੇ। ਅੱਜ ਉਹਦਾ ਇੱਕ ਮਾਰਕੀਟ ਦਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰਨਾ ਚਾਹੁੰਦਾ। ਉਹ 200 ਬਿਲੀਅਨ ਡਾਲਰ ਦੀ ਇੰਡਸਟਰੀ ਹੈਗੀ ਹੈ, ਉੱਥੇ 60 ਮਿਲੀਅਨ ਕਿਸਾਨ ਹੈਗੇ ਜਿਹੜੇ ਕਿ ਕਾਫੀ ਬੀਨਸ ਪੈਦਾ ਕਰਦੇ ਹੈਗੇ। ਉਹਨਾਂ ਦੀ ਜਿਹੜੀ ਇਨਕਮ ਹੈਗੀ ਹੈ, ਜਿਹੜਾ ਇੱਕ ਗਲੋਬਲ ਪਾਵਰਟੀ ਲਾਈਨ ਹੈਗੀ ਹੈ 1.9 ਡਾਲਰ ਦੀ, ਜਿਹੜੀ ਰੋਜ਼ਾਨਾ ਦੀ $2 ਤੋਂ ਘੱਟ ਦੀ ਜ਼ਿੰਦਗੀ $2 ਹੈ ਨਾ, ਉਹਨਾਂ ਤੋਂ ਘੱਟ ਉਹਨਾਂ ਦੀ ਇਨਕਮ ਹੈਗੀ ਹੈ। ਦੁਨੀਆ ਦੀ ਮਿਨੀਮਮ ਵੇਜਸ ਤੋਂ ਵੀ ਥੱਲੇ ਉਹਨਾਂ ਦੀ ਇਨਕਮ, ਜਿਹਨੂੰ ਅਸੀਂ ਕਾਫੀ ਨੂੰ ਬੜੇ ਸ਼ੌਕ ਨਾਲ ਅਸੀਂ ਪੀਂਦੇ ਹਾਂ। ਜਦ ਤੁਸੀਂ ਆਪਣੇ ਹਿੰਦੁਸਤਾਨ ਵਿੱਚ ਵੀ 250 ਰੁਪਏ ਦਾ ਕੱਪ ਅਗਰ ਤੁਸੀਂ ਜਾ ਕੇ ਸਟਾਰਬਕਸ, ਬੈਰਿਸਟਾ ਜਾਂ ਜਿਹੜੇ CCD ਜਿੱਥੇ ਵੀ ਹੈਗੇ ਕਿਓਸਕ ਉੱਥੇ ਪੀਂਦੇ ਹੋ, 250 ਰੁਪਏ ਦੇ ਕੱਪ ਵਿੱਚ ਕਿਸਾਨ ਨੂੰ ਸਿਰਫ 1 ਰੁਪਇਆ ਜਾਂਦਾ ਹੈਗਾ। ਨਾ ਵੀ ਨੀਡ ਟੂ ਅੰਡਰਸਟੈਂਡ ਕਿ ਹੋ ਕੀ ਰਿਹਾ ਹੈਗਾ। ਜਦ ਤੁਸੀਂ ਕੇਲੇ ਖਰੀਦਦੇ ਹੋਗੇ, ਮੈਂ ਇੱਥੇ ਹਿੰਦੁਸਤਾਨ ਦੀ ਗੱਲ ਨਹੀਂ ਕਰ ਰਿਹਾ, ਮੈਂ ਈਵਨ ਕਰ ਰਿਹਾ ਜਿਹੜੇ ਇੱਥੋਂ ਐਕਸਪੋਰਟ ਹੋ ਕੇ ਯੂਰਪ ਚਲੇ ਗਏ ਜਾਂ ਲੈਟਿਨ ਅਮਰੀਕਾ ਤੋਂ ਉੱਥੇ ਆਉਂਦੇ ਹੈਗੇ। ਕੇਲੇ ਨੇ ਤਾਂ ਦੁਨੀਆ ਬਹੁਤ ਤਬਾਹ ਕੀਤੀ ਹੈ, ਲੈਟਿਨ ਅਮਰੀਕਾ ਤਬਾਹ ਕੀਤਾ, ਬਨਾਨਾ ਰਿਪਬਲਿਕਸ ਬਣਾ ਦਿੱਤੀਆਂ। ਕੇਲੇ ਦਾ ਨਹੀਂ, ਬਨਾਨਾ ਰਿਪਬਲਿਕ ਦਾ ਇੱਕ ਉਹ ਤਾਂ ਐਂਗਲ ਅਲੱਗ ਹੈਗਾ। ਕੇਲੇ ਦਾ ਜਿਹੜਾ ਤੁਸੀਂ ਕੰਜ਼ਿਊਮਰ ਪ੍ਰਾਈਸ ਪੇ ਕਰਦਾ ਹੈਗਾ, ਅਗਰ 1 ਯੂਰੋ ਦੇ ਉਹਨੇ ਕੇਲੇ ਖਰੀਦੇ ਹੈ, ਕਿਸਾਨ ਨੂੰ 5 ਪੈਂਸ ਮਿਲਦੇ ਹੈਗੇ। ਨਾਓ ਦੀ ਪੁਆਇੰਟ ਆਈ ਐਮ ਟ੍ਰਾਈਂਗ ਟੂ ਮੇਕ ਇਸ ਤੁਹਾਡੇ ਸਾਹਮਣੇ 3 ਐਗਜ਼ਾਮਪਲ ਮੈਂ ਰੱਖਤੇ, ਚਾਕਲੇਟ, ਕਾਫੀ ਔਰ ਬਨਾਨਾ, ਤਿੰਨੋਂ ਵਿੱਚ ਬੜੀ ਕੰਪਨੀਆਂ ਇਨਵੋਲਡ ਹੈਗੀਆਂ। ਕੋਈ ਛੋਟੀ ਔਰ ਨਾ ਹੀ ਕਿਤੇ ਸਰਕਾਰ ਕੋਈ ਨਹੀਂ ਹੈ, APMC ਕੋਈ ਨਹੀਂ ਹੈ, ਬੜੀ ਕੰਪਨੀਆਂ ਇਨਵੋਲਡ ਹੈਗੀਆਂ। ਔਰ ਉਹਨਾਂ ਨੇ ਕਿਸਾਨਾਂ ਦਾ ਕੀ ਹਾਲ ਕਰਤਾ ਹੈ। ਕਣਕ, ਚੌਲ, ਮਿਲਟ ਤੋਂ ਬਾਅਦ ਕੇਲੇ ਦੁਨੀਆ ਦੀ ਸਭ ਤੋਂ ਵੱਡੀ ਚੌਥੀ ਫਸਲ ਹੈ। ਸੋ ਤੁਸੀਂ ਸਾਈਜ਼ ਦੇਖ ਸਕਦੇ ਹੋ ਪ੍ਰੋਬਲਮ ਦਾ ਤੇ ਕਿਸਾਨਾਂ ਦੀ ਹਾਲਤ ਦਾ। ਅਰਜੁਨ, ਆਈ ਲਾਈਕ ਦਿਸ ਇਜ਼ ਵਾਟ ਆਈ ਲਾਈਕ ਦਾ ਬੈਸਟ ਅਬਾਊਟ ਦਵਿੰਦਰ ਸ਼ਰਮਾ ਜੀ। ਕੋਈ ਗੱਲ ਹੈ ਇਹਨਾਂ ਦੀ ਜਿਹੜੀ ਸਾਨੂੰ ਨਹੀਂ ਚੰਗੀ ਲੱਗਦੀ? ਕੋਈ ਨਹੀਂ ਹੈ। ਪਰ ਜਿਹੜੀ ਸਭ ਤੋਂ ਚੰਗੀ ਲੱਗਦੀ ਹੈ ਉਹ ਹੈ ਕਿ ਜਿਹੜੀਆਂ ਬਹੁਤ ਮੁਸ਼ਕਲ ਚੀਜ਼ਾਂ ਨੇ, ਬੜੇ ਕੰਪਲਿਕੇਟਿਡ ਇਕਨੋਮਿਕ ਫੈਕਟਸ ਨੇ, ਉਹ ਸਾਨੂੰ ਉਸ ਵੇਲੇ ਸਮਝ ਆਉਂਦੇ ਨੇ ਜਿਸ ਵੇਲੇ ਉਹ ਸਾਡੀਆਂ ਜ਼ਿੰਦਗੀਆਂ ਦੇ ਨਾਲ ਜੁੜ ਕੇ ਦੇਖੇ ਜਾਂਦੇ ਨੇ। ਆਕਸਫੈਮ ਦੀ ਰਿਪੋਰਟ ਮੈਨੂੰ ਦੱਸਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਸਾਡੀਆਂ ਔਰਤਾਂ, ਸਾਡੀਆਂ ਕੁੜੀਆਂ ਹਰ ਰੋਜ਼ 3.26 3.25 ਬਿਲੀਅਨ ਘੰਟੇ ਕੰਮ ਕਰਦੀਆਂ ਨੇ, ਜਿਹਦਾ ਮਤਲਬ ਹੈ ਸਾਲ ਦੇ ਵਿੱਚ 19 ਲੱਖ ਕਰੋੜ ਉਹਨਾਂ ਦੀ ਕੰਟਰੀਬਿਊਸ਼ਨ ਹੁੰਦੀ ਹੈ। ਇਹ ਸਾਡੇ 2019 ਦਾ ਐਜੂਕੇਸ਼ਨ ਦਾ ਬਜਟ 93,000 ਕਰੋੜ ਸੀ, ਇਹ ਉਸ ਤੋਂ 20 ਗੁਣਾ ਵਧੇਰੇ ਆ। ਇੱਕ ਦਿਨ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਹਿੰਦੁਸਤਾਨ ਦੇ ਐਜੂਕੇਸ਼ਨ ਬਜਟ ਤੋਂ 20 ਗੁਣਾ ਵਧੇਰੇ ਹੁੰਦੀ ਹੈ। ਦੁਨੀਆ ਦੇ ਵਿੱਚ ਸਾਡੀਆਂ ਔਰਤਾਂ ਤੇ ਕੁੜੀਆਂ 12.5 ਬਿਲੀਅਨ ਘੰਟੇ ਹਰ ਰੋਜ਼ ਕੰਮ ਕਰਦੀਆਂ ਨੇ। ਇਹ ਲਗਭਗ 11 ਟ੍ਰਿਲੀਅਨ 10.8 ਟ੍ਰਿਲੀਅਨ ਡਾਲਰ ਇੱਕ ਸਾਲ ਦਾ ਹੋ ਗਿਆ। ਇਹ ਗਲੋਬਲ ਟੈਕ ਇੰਡਸਟਰੀ ਨਾਲੋਂ 3 ਗੁਣਾ ਵੱਡਾ ਸਾਈਜ਼ ਹੈ। ਸੋ ਦੇਖੋ ਜਿਹੜਾ ਇਹਨਾਂ ਨੇ ਕਿਹਾ, ਇਹ ਪੈਸਾ ਜਾਂਦਾ ਕਿੱਥੇ ਹੈ? ਹੁਣ ਇਹ ਪੈਸਾ ਇਹਨਾਂ ਨੂੰ ਤਾਂ ਨਹੀਂ ਮਿਲ ਜਾਂਦਾ, ਇਹ ਟ੍ਰਿਲੀਅਨ ਡਾਲਰਸ ਇਹਨਾਂ ਔਰਤਾਂ ਤੇ ਕੁੜੀਆਂ ਨੂੰ ਤਾਂ ਨਹੀਂ ਮਿਲ ਜਾਂਦੇ। ਓਬਵੀਅਸਲੀ ਇਹ ਬ੍ਰਿਟਿਸ਼ ਵਰਜਨ ਆਈਲੈਂਡਸ, ਬਿਲੀਜ਼, ਡੋਮਿਨਿਕਨ ਰਿਪਬਲਿਕ ਤੇ ਮੌਰੀਸ਼ੀਅਸ ਜਾਂ ਅਮਰੀਕਾ, ਸਾਊਥ ਡੈਕੋਟਾ, ਡੈਲਾਵੇਅਰ, ਹੁਣ ਤੁਸੀਂ ਗੱਲ ਕਰ ਰਹੇ ਹੋ, ਇੱਥੇ ਤੇ ਖੁੱਲ ਗਏ ਨੇ। ਇਹ ਸਾਰੇ ਉਹਨੇ ਜਿਹਨੂੰ ਅਸੀਂ ਸਵਿਟਜ਼ਰਲੈਂਡ ਦੇ ਬੈਂਕਾਂ ਦਾ ਕਾਲਾ ਧਨ ਕਹਿੰਦੇ ਆ। ਇਹ ਹਰ ਜਗ੍ਹਾ ਕਾਲੇ ਧਨ ਦੇ ਹੁਣ ਲੀਗਲ ਬੈਂਕ ਖੁੱਲ ਗਏ ਨੇ। ਇਹਨਾਂ ਤੋਂ ਤਾਂ ਉੱਥੇ ਵੀ ਸਾਡਾ ਤੇ ਪੋਲੀਟੀਸ਼ੀਅਨ ਇਹ ਹੁਣ ਕਹਿ ਵੀ ਨਹੀਂ ਸਕਦਾ ਕਿ ਉੱਥੋਂ ਮੈਂ ਕਾਲਾ ਧਨ ਲੈ ਆਵਾਂਗਾ। ਅਜੇ ਕਿ ਲੈਟ ਮੀ ਟੈਲ ਦਿਸ ਟੂ ਦਾ ਪੀਪਲ ਕਿ ਜਿਹੜਾ ਸਾਡਾ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਆ, ਉਹਨੇ ਇਹ ਇੰਕਸ਼ਾਫ ਹੁੰਦਿਆਂ ਸਾਰੀ ਇਹ ਕਹਿ ਦਿੱਤਾ ਕਿ ਅਸੀਂ ਇਹਨੂੰ ਇਮੀਡੀਏਟਲੀ ਰਿਪੋਰਟ ਕਰ ਰਹੇ ਹਾਂ। ਸ਼ਾਇਦ ਕੋਈ ਇਮੀਡੀਏਟਲੀ ਟੀਮ ਵਗੈਰਾ ਵੀ ਬਣਾ ਦਿੱਤੀ ਹੈ। ਇੱਕ ਆਈ ਥਿੰਕ ਜੁਆਇੰਟ ਟੀਮ ਬਣੀ ਐਨਫੋਰਸਮੈਂਟ ਡਾਇਰੈਕਟੋਰੇਟ CBDT ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਤੇ ਇੱਕ ਦੋ ਹੋਰ ਗਵਰਨਮੈਂਟ ਬਾਡੀਜ਼ ਦੀ। ਪਰ ਮੈਨੂੰ ਲੱਗਦਾ ਕਿ ਕਿਉਂਕਿ ਇਹ ਸਾਰੀ ਸਰਕਾਰੀ ਬਾਡੀਜ਼ ਨੇ, ਇਹਨਾਂ ਨੂੰ ਸਭ ਕੁਝ ਪਤਾ ਹੁੰਦਾ ਤੇ ਇਹਨਾਂ ਤੇ ਕੋਈ ਇੰਡੀਪੈਂਡੈਂਟ ਅਕਾਊਂਟੇਬਿਲਿਟੀ ਕੋਈ ਨਹੀਂ ਹੈ। ਨੀਡ ਤਾਂ ਹੈ, ਫਾਈਨੈਂਸ਼ੀਅਲ ਰੈਗੂਲੇਟਰੀ ਮੈਕੈਨਿਜ਼ਮ ਨੂੰ ਤਾਂ ਸੈੱਟ ਕਰਨ ਦੀ ਨੀਡ ਹੈ। ਉਸ ਤੋਂ ਪਹਿਲਾਂ ਕੁਝ ਹੋਰ ਕਰਨ ਦੀ ਨੀਡ ਹੈ। ਤੁਸੀਂ ਲੀਗਲ ਸ਼ਬਦ ਦਾ ਇਸਤੇਮਾਲ ਕੀਤਾ। ਮੈਂ ਐਜ਼ ਅ ਲਾਇਰ ਕਹਾਂਗਾ ਕਿ ਜਿਸ ਤਰ੍ਹਾਂ ਇਕਨੋਮੀ ਦਾ ਇੱਕ ਇਜ਼ਾਫਾ ਹੋ ਰਿਹਾ, ਇਕਨੋਮੀ बढ़ ਰਹੀ ਹੈ, ਪਿਛਲੇ 500 ਸਾਲਾਂ ਦੀ ਕਹਾਣੀ ਦੱਸ ਰਿਹਾ ਤੁਹਾਨੂੰ ਜੀ। ਹਰ ਚੀਜ਼ ਜਿਹੜੀ ਪ੍ਰੋਸੈਸ ਹੋਈ ਹੈ ਨਾ, ਕੰਪਨੀ ਜਿਹੜੀ ਫਾਰਮੇਸ਼ਨ, ਪ੍ਰਾਈਵੇਟ ਕੰਪਨੀ, ਪਬਲਿਕ ਕੰਪਨੀ, ਸੋ ਐਂਡ ਸੋ, ਜੁਆਇੰਟ ਸਟਾਕ ਕੰਪਨੀ, ਈਸਟ ਇੰਡੀਆ ਕੰਪਨੀ, ਇਹ ਕੰਪਨੀ ਵੀ ਲੀਗਲ ਇੱਕ ਪ੍ਰੋਸੈਸ ਹੈ। ਠੀਕ ਹੈ। ਜਦ ਲੋਕੀ ਅੰਬਾਨੀ ਸਾਹਿਬ ਵਰਗੇ ਜਾਂ ਸਚਿਨ ਤੇਂਦੁਲਕਰ ਵਰਗੇ ਲੋਕੀ ਇਹ ਕਹਿੰਦੇ ਨੇ ਕਿ ਅਸੀਂ ਤਾਂ ਲੀਗਲ ਪ੍ਰੋਸੈਸ ਦੇ ਪਾਰਟ ਹੋ ਰਹੇ ਸੀ, ਇਹਨਾਂ ਨੂੰ ਯਾਦ ਰੱਖਣਾ ਚਾਹੀਏ, ਭਾਵੇਂ ਗੁਲਾਮੀ ਹੋਏ, ਬ੍ਰਿਟਿਸ਼ ਰਾਜ ਹੋਏ, ਪੋਲਿਊਸ਼ਨ ਕਰਨਾ ਹੋਏ, ਜਾਨਵਰਾਂ ਨੂੰ ਮਾਰਨਾ ਹੋਏ, ਇਹ ਸਭ ਚੀਜ਼ਾਂ, ਸਤੀ ਹੋਏ, ਇਹ ਸਭ ਚੀਜ਼ਾਂ ਇੱਕ ਟਾਈਮ 'ਚ
ਲੀਗਲ ਸੀ, ਪਰਫੈਕਟਲੀ ਲੀਗਲ ਥਿੰਗਸ, ਹੂੰ ਪਰ ਇਮੋਰਲ ਸੀ, ਗਲਤ ਸੀ। ਹੂੰ। ਤੇ ਉਹਨਾਂ ਦੇ ਖਿਲਾਫ ਵੱਡੇ ਵੱਡੇ ਪ੍ਰੋਟੈਸਟ ਹੋਏ, ਪੂਰੀ ਮੂਵਮੈਂਟ ਚਲੀ। ਤੇ ਹੁਣ ਸਾਨੂੰ ਦੇਖਣਾ ਪਏਗਾ ਕਿ ਜਿਹੜਾ ਲੀਗਲ ਸਟਰਕਚਰ ਤੁਸੀਂ ਬਣਾਤਾ ਹੈ ਕਿ ਆਮ ਆਦਮੀ ਮਾਚਿਸ ਦੀ ਡਿੱਬੀ ਲੈਂਦਾ ਹੈ ਤਾਂ ਉਹਨੂੰ 1 ਰੁਪਏ ਦੀ ਮਾਚਿਸ ਦੀ ਡਿੱਬੀ ਲੈਂਦਾ ਤਾਂ 10% ਕਰੀਬਨ ਟੈਕਸ ਪੜਦਾ GST ਵਗੈਰਾ ਮਿਲਾ ਕੇ। ਤੇ ਇਸ ਤਰ੍ਹਾਂ ਦੇ ਲੋਕੀ ਜਿਹੜੇ ਹਜ਼ਾਰਾਂ ਕਰੋੜ ਲੱਖਾਂ ਕਰੋੜ ਕਮਾਉਂਦੇ ਨੇ ਉਹਨਾਂ ਨੂੰ 0% ਟੈਕਸ ਪੜਦਾ। ਮੈਨੂੰ ਤਾਂ ਇਹ ਲੱਗਦਾ ਲੋਕੀ ਕਹਿੰਦੇ ਇਹ ਲੀਗਲ ਨੇ। ਇਹਨਾਂ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਨੇ ਜਿਹਨੇ ਇੱਕ ਬੰਦੇ ਦੀ ਵੈਲਥ ਦੇ ਕੁਝ ਫ੍ਰੈਕਸ਼ਨ ਦੇ ਨਾਲ ਹੀ ਸਾਰੇ ਕਿਸਾਨਾਂ ਦੇ ਹਿੰਦੁਸਤਾਨ ਦੇ ਕਰਜ਼ੇ ਮਾਫ ਹੋ ਸਕਦੇ ਨੇ। ਸਾਰੀ ਇਹ ਸਾਡੀ ਗੁਰਬਤ ਦੀ ਭੁੱਖ ਦੀ ਹੰਗਰ ਦੀ ਐਟਲੀਸਟ ਸਾਰੀ ਪ੍ਰੋਬਲਮ ਜਿਹੜੀ ਹੈ ਉਹ ਰਿਜ਼ੋਲਵ ਹੋ ਸਕਦੀ ਹੈ ਕਿਸੇ ਇੱਕ ਦੇ ਕੋਲ ਹੀ ਇਹਨਾਂ ਤੋਂ ਆਕਸਫੈਮ ਦੀ ਇੱਕ ਰਿਪੋਰਟ ਜੋ ਅਸੀਂ ਗੱਲ ਕਰ ਰਹੇ ਸੀਗਾ, ਉਹਨਾਂ ਨੇ ਆਪਣੀ ਰਿਪੋਰਟ 'ਚ ਕਿਹਾ ਹੈਗਾ ਕਿ ਜਿਹੜੇ ਅਸੀਂ ਕਹਿੰਦੇ ਨਾ ਕਿ 1% ਕੋਲ ਕਿੰਨੀ ਵੈਲਥ ਹੈਗੀ ਹੈ, ਉਹ ਮੈਨੂੰ ਹੁਣ ਯਾਦ ਨਹੀਂ ਐਗਜ਼ੈਕਟਲੀ ਕਿ ਕਿੰਨੇ ਸਾਲ ਦੀ ਵੈਲਥ ਗੱਲ ਕਰ ਰਹੇ ਆ, ਪਰ ਉਹਨਾਂ ਨੇ ਕਿਹਾ ਕਿ 10 ਸਾਲ ਦਾ ਮਨਰੇਗਾ ਦਾ ਬਜਟ ਹੈਗਾ ਆਰਾਮ ਨਾਲ ਪੇ ਜਿਹੜਾ ਇੱਕ ਬੰਦੇ ਦੀ ਵੈਲਥ ਨਾਲ ਪੂਰਾ ਹੋ ਜਾਂਦਾ। ਅੱਛਾ ਤੁਸੀਂ ਦੇਖੋ, ਤੁਸੀਂ ਜਾ ਕੇ ਉੱਥੇ ਬੋਲਦੇ ਹੋ ਸਿੰਘੂ ਬਾਰਡਰ ਦੇ ਉੱਤੇ, ਅਸੀਂ ਕਈ ਵਾਰੀ ਸੋਚਦੇ ਹਾਂ ਸਾਡੇ ਕੁਝ ਕਦੀ ਕੋਈ ਸੈਲੀਬ੍ਰਿਟੀ ਜਾ ਕੇ ਬੋਲਦਾ, ਅਸੀਂ ਕਈ ਵਾਰੀ ਸੋਚਦੇ ਸੀ ਇਹ ਸਾਡੇ ਸੈਲੀਬ੍ਰਿਟੀ ਕਿਉਂ ਨਹੀਂ ਬੋਲਦੇ, ਵੱਡੇ ਵੱਡੇ ਨੇਤਾ ਕਿਉਂ ਨਹੀਂ ਬੋਲਦੇ। ਜਿਸ ਵੇਲੇ ਕੰਮ ਆਉਂਦੇ ਨੇ ਬਾਹਰ, ਇਹ ਮੌਂਟੇਨੇਗਰੋ ਦੇ ਪ੍ਰੈਜ਼ੀਡੈਂਟ, ਸ੍ਰੀਲੰਕਾ ਦਾ ਪਾਵਰ ਕਪਲ ਹੈ, ਦੁਬਈ ਦਾ ਰੂਲਰ ਹੈ ਟੋਨੀ ਬਲੇਅਰ, ਸ਼ਕੀਰਾ ਸਾਡੀ ਪੌਪ ਸਟਾਰ, ਚਾਈਨਾ ਦੇ ਇਲੀਟ ਨੇ, ਇਮਰਾਨ ਖਾਨ ਦੇ ਕਈ ਮੰਤਰੀ ਨੇ, ਇੰਡੀਆ ਦੇ ਇਲੀਟ ਬਹੁਤ ਇੰਡੀਆ ਦੇ ਬੜੇ ਇਲੀਟ ਨੇ। ਮਤਲਬ ਸਰਕਾਰਾਂ ਕੋਲ ਇੰਨੇ ਸਾਰੇ ਕੱਚੇ ਚਿੱਠੇ ਪਏ ਹੋਏ ਨੇ, ਇਸ ਕਰਕੇ ਉਹ ਵਿਚਾਰੇ ਆਪਣੀ ਦੌਲਤ ਕਮਾਨ ਕੇ ਰਿਸਕ ਲੈਣ ਕੇ ਜਾ ਕੇ ਅਸੀਂ ਸਿੰਘੂ ਬਾਰਡਰ ਦੀ ਸਟੇਜ ਤੋਂ ਕਹੀਏ ਕਿ ਇਹ ਕਾਲੇ ਕਾਨੂੰਨ ਨੇ। ਦੇਖੋ ਇਟਸ ਵਨ ਰੀਜ਼ਨ ਕਿ ਸਾਡਾ ਨੈਰੇਟਿਵ ਵੀ ਵੀਕ ਹੁੰਦਾ ਕਿਉਂਕਿ ਲੋਕ ਬੋਲ ਹੀ ਨਹੀਂ ਰਹੇ, ਬਹੁਤ ਵੱਡੇ ਲੋਕ ਬੋਲ ਨਹੀਂ ਰਹੇ, ਅਮੀਰ ਨਹੀਂ ਬੋਲਣਗੇ ਕਿਉਂਕਿ ਉਹਨਾਂ ਦੇ ਕੱਚੇ ਚਿੱਠੇ। ਦੌਲਤ ਕਮਾना ਗਲਤ ਨਹੀਂ ਹੈ, ਦੌਲਤ ਨੂੰ ਛੁਪਾਣਾ, ਟੈਕਸ ਦੀ ਚੋਰੀ ਕਰਨਾ ਗਲਤ ਹੈ। ਚੋਰੀ ਇਸ ਤਰੀਕੇ ਨਾਲ ਕੀਤੀ ਹੈ ਕਿ ਸਰਕਾਰ ਚਾਹੇ ਤਾਂ ਹੱਥ ਪਾ ਸਕਦੀ ਹੈ, ਸਰਕਾਰ ਚਾਹੇ ਤਾਂ ਛੱਡ ਵੀ ਸਕਦੀ ਹੈ ਕਿ ਭਾਈ ਗਲਤ ਹੈ। ਕਿਸੇ ਨੂੰ ਆਬਜੈਕਸ਼ਨ ਨਹੀਂ ਹੈ ਅਗਰ ਬੰਦਾ ਦੌਲਤ ਕਮਾਉਂਦਾ ਹੈ, ਲੇਕਿਨ ਆਬਜੈਕਸ਼ਨ ਤਾਂ ਹੋਣੀ ਚਾਹੀਦੀ ਹੈ ਜਦ ਤੁਹਾਡੇ ਦੌਲਤ ਜੇਬ 'ਚ ਪਾਈ ਜਾਂਦੀ ਹੈ। ਆਈ ਥਿੰਕ ਇਹ ਸਮਝਣਾ ਬਹੁਤ ਜ਼ਰੂਰੀ ਹੈ ਔਰ ਅਸੀਂ ਇਹ ਨਹੀਂ ਸਮਝਦੇ। ਦਿਸ ਇਜ਼ ਲਾਈਕ ਮੇਕਿੰਗ ਪੀਪਲ ਰਿਚ। ਹਾਂ, ਇਹ ਅਸੀਂ ਇਹ ਨਹੀਂ ਸਮਝਣਾ ਚਾਹੁੰਦੇ। ਕੁਝ ਨੂੰ ਗਰੀਬ ਰੱਖਣਾ ਜ਼ਰੂਰੀ ਹੈ, ਕੁਝ ਨੂੰ ਅਮੀਰ ਕਰਨਾ ਜ਼ਰੂਰੀ ਹੈ। ਸਾਰੇ ਜਿਹੜਾ ਜਿੰਨੇ ਵੀ ਡਿਬੇਟਸ ਹੁੰਦੀਆਂ ਉਹਦੇ ਵਿੱਚ ਇਹ ਜਿਹੜੀ ਮੇਨ ਗੱਲ ਹੈਗੀ ਹੈ ਕਿ ਬਈ ਉਹਨਾਂ ਨੇ ਆਪਣੇ ਆਪ ਨਹੀਂ ਕਮਾਇਆ ਹੈਗਾ, ਉਹਨਾਂ ਦੀ ਜੇਬ ਵਿੱਚ ਪਾਇਆ ਗਿਆ, ਡਿਜ਼ਾਈਨ ਕੀਤੀਆਂ ਗਈਆਂ, ਪਾਲਿਸੀਜ਼ ਇਦਾਂ ਬਣਾਈਆਂ ਗਈਆਂ। ਤੁਹਾਨੂੰ ਮੈਂ ਦੱਸਿਆ ਸੀਗਾ ਕਿ ਵੀ $9 ਟ੍ਰਿਲੀਅਨ ਜਿਹੜਾ ਅਗਰ ਪਿਛਲੇ ਸਾਲ ਉਹਨਾਂ ਨੇ ਛਾਪਿਆ ਹੈਗਾ ਬੈਂਕਾਂ ਨੇ ਤਾਂ ਉਹਨਾਂ ਦੀ ਜੇਬ ਵਿੱਚ ਗਿਆ। ਜੇ $9 ਟ੍ਰਿਲੀਅਨ ਗਰੀਬ ਆਦਮੀ ਦੀ ਜਾਂ ਬਾਕੀ ਜਿਹੜੀ ਐਵਰੇਜ ਪੋਪੂਲੇਸ਼ਨ ਹੈ ਉਹਦੇ ਜੇਬ 'ਚ ਗਿਆ ਹੁੰਦਾ, ਉਹਨਾਂ ਦਾ ਵੀ ਤਾਂ ਇੱਕ ਸਤਰ ਹੈਗਾ ਉੱਠਣਾ ਸੀਗਾ। ਲੇਕਿਨ ਇੰਟਰਸਟਿੰਗ ਦੇਖੋ ਨੈਰੇਟਿਵ ਕਿਸ ਤਰ੍ਹਾਂ ਬਣਾਇਆ ਜਾਂਦਾ, ਉਹ ਕਿਹਾ ਜਾਂਦਾ ਕਿ ਜੇ ਤੁਸੀਂ $9 ਟ੍ਰਿਲੀਅਨ ਗਰੀਬਾਂ ਨੂੰ ਦਿਓਗੇ ਨਾ ਤਾਂ ਫਿਰ ਉਹ ਖਰਚਣਗੇ ਤਾਂ ਇਨਫਲੇਸ਼ਨ ਵੱਧ ਜਾਏਗੀ, ਇਨਫਲੇਸ਼ਨ ਵੱਧ ਜਾਏਗੀ। ਦੇਖੋ ਕਿੰਨਾ ਸੋਹਣਾ ਇਨਫਲੇਸ਼ਨ ਹੈ ਨਾ। ਜੇ ਤੁਸੀਂ ਅਮੀਰ ਆਦਮੀ ਨੂੰ ਦਿਓਗੇ ਤਾਂ ਉਹਦੇ ਵਿੱਚ ਇਨਵੈਸਟਮੈਂਟ ਰੋਜ਼ਗਾਰ ਪੈਦਾ ਕਰੇਗਾ। ਲੁੱਕ ਐਟ ਦੈਟ। ਸੋ ਇਹ ਜਿਹੜੀ ਸਾਨੂੰ ਸਮਝ ਨਹੀਂ ਹੈ ਕਿ ਵੀ ਕਿਸ ਤਰ੍ਹਾਂ ਉਹਨਾਂ ਦੀ ਜੇਬ 'ਚ ਪਾਇਆ ਜਾਂਦਾ ਹੈਗਾ, ਜਿਸ ਦਿਨ ਅਸੀਂ ਇਹ ਸਮਝ ਗਏ ਨਾ ਸਾਨੂੰ ਕਢਾਉਣਾ ਵੀ ਆਏਗਾ। ਹਰ ਵਾਰੀ ਹੁਣ ਜਦੋਂ ਤੁਸੀਂ ਉਹ ਖਬਰ ਪੜੋ ਕਿ ਕਿਸਾਨ ਕਿੰਨੇ ਕਰਜ਼ੇ ਲਈ ਖੁਦਕੁਸ਼ੀ ਕਰ ਗਿਆ ਜਾਂ ਕੋਵਿਡ ਦੇ ਦੌਰਾਨ ਕਿੰਨੀਆਂ ਸਟੇਟਾਂ ਦੇ ਵਿੱਚ ਕਿੰਨੇ % ਬੱਚਿਆਂ ਕੋਲ ਕੋਈ ਮੋਬਾਈਲ ਨਹੀਂ ਹੈ, ਕੋਈ ਇੰਤਜ਼ਾਮ ਨਹੀਂ ਹੈ ਕਿ ਉਹ ਪੜ੍ਹਾਈ ਆਪਣੀ ਜਾਰੀ ਨਹੀਂ ਰੱਖ ਸਕੇ, ਕਿੰਨੇ ਬੱਚੇ ਕਿਉਂ ਸਕੂਲ ਡ੍ਰੌਪ ਆਊਟ ਹੋ ਜਾਂਦੇ ਨੇ, ਕਿੰਨੇ ਤਪਦਿਕ ਨਾਲ ਮਰ ਜਾਂਦੇ ਨੇ, ਕਿੰਨੇ ਕੋਵਿਡ ਨਾਲ ਮਰ ਗਏ, ਇਲਾਜ ਖੁਨੋਂ ਮਰ ਗਏ। ਹਰ ਵਾਰੀ ਇਹਨਾਂ ਪੰਡੋਰਾ ਪੇਪਰਸ ਨੂੰ ਯਾਦ ਕਰੋ। ਹਰ ਜਗ੍ਹਾ ਨੇ ਸਾਡੇ ਚੰਡੀਗੜ੍ਹ ਨੌਕਰੀਆਂ ਨਹੀਂ ਹੈ ਪੰਜਾਬ ਦੇ ਕੋਲ, 2 ਲੱਖ ਜਾਂ ਤੁਹਾਡੇ ਲਈ ਨੌਕਰੀਆਂ ਨਹੀਂ ਆਉਂਦੀਆਂ। 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ। ਗੱਲ ਰਹਿ ਗਈ ਸਾਡੇ ਉਹ ਕੀ ਕਹਿੰਦੇ ਨੇ 2 ਪੱਤਰ ਅਨਾਰਾਂ ਦੇ ਤੇ ਮੁੰਡੇ 2 ਸੋਹਣੇ ਸਰਦਾਰਾਂ ਦੇ ਸਾਡੇ ਪੰਜਾਬ ਦੇ ਵੀ ਰੈਨਬੈਕਸੀ ਵਾਲੇ ਦੋਨੋਂ ਸਰਦਾਰ ਜੀ ਅੱਜਕੱਲ ਦੋਨੋਂ ਜੇਲ੍ਹ 'ਚ ਨੇ ਮੇਰੇ ਖਿਆਲ, ਤਿਹਾੜ 'ਚ ਨੇ ਦੋਨੋਂ। ਇਹਨਾਂ ਦੋਨਾਂ ਦੇ ਵੀ ਕੱਚੇ ਚਿੱਠੇ ਆਏ ਨੇ, ਆਪ ਵੀ ਗੂਗਲ ਕਰ ਲੈਣਾ, ਹੋਰ ਵੀ ਪੜ੍ਹਨਾ, ਲੋਕਾਂ ਨਾਲ ਗੱਲ ਕਰਨਾ ਤੇ ਕਿਸਾਨ ਅੰਦੋਲਨ ਛੇਤੀ ਸਮਝ ਆਵੇਗਾ ਕਿ ਅੰਦੋਲਨ ਇੰਨਾ ਵੱਡਾ ਕਿਉਂ ਹੈ, ਇੰਨਾ ਜ਼ੋਰਦਾਰ ਕਿਉਂ ਹੈ ਔਰ ਇੰਨੀਆਂ ਹੱਕੀ ਆਵਾਜ਼ਾਂ ਤੇ ਕਿਉਂ ਹੈ, ਕਿਉਂਕਿ ਲਖੀਮਪੁਰ ਖੇੜੀ ਵਾਂਗ ਬਹੁਤ ਸਾਨੂੰ ਸਾਲਾਂ ਤੋਂ ਕੁਚਲਿਆ ਜਾ ਰਿਹਾ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰੱਖਾ।